मेरे राम हम बारिक हर प्रभ के हैं आणे। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਅਕਾਲ ਪੁਰਖ ਜੀ ਨੇ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਆਪ ਸਰਬੱਤ ਸੰਗਤ ਨੇ ਬੜੇ ਅਦਬ, ਬੜੇ ਹੀ ਪਿਆਰ ਸਹਿਤ ਸ਼ਰਵਣ ਕੀਤਾ ਹੈ। ਮਨੁੱਖ ਨੂੰ ਇਹ ਜੋ ਜੀਵਨ ਪ੍ਰਾਪਤ ਹੋਇਆ ਅਕਾਲ ਪੁਰਖ ਦੀ ਦੇਣ ਹੈ। ਜਨਮ ਮਾਤਾ ਪਿਤਾ ਦੇ ਸੰਯੋਗ ਤੋਂ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਜਿਸ ਬੱਚੇ ਨੂੰ ਮਾਂ-ਬਾਪ ਜਨਮ ਦਿੰਦੇ ਨੇ, ਕੋਸ਼ਿਸ਼ ਕਰਦੇ ਹਨ ਆਪਣੀ ਵਿੱਤ ਮੁਤਾਬਕ, ਆਪਣੀ ਸਮਰੱਥਾ ਦੇ ਮੁਤਾਬਕ ਉਸ ਬੱਚੇ ਦੀ ਪਰਵਰਿਸ਼ ਕਰਨ ਦੀ, ਉਸ ਦਾ ਪਾਲਣ ਪੋਸ਼ਣ, ਉਸ ਦਾ ਖਾਣ ਪੀਣ, ਉਸ ਦਾ ਪਹਿਨਣ, ਜੀਵਨ ਦੀਆਂ ਹੋਰ ਸੁੱਖ ਸਹੂਲਤਾਂ ਮਾਂ-ਬਾਪ ਵੱਲੋਂ, ਪਰਿਵਾਰ ਦੇ ਮੈਂਬਰਾਂ ਵੱਲੋਂ ਉਸ ਬੱਚੇ ਨੂੰ ਮਿਲਦੀਆਂ ਨੇ। ਜਿੱਥੇ ਸਰੀਰਕ ਤੌਰ ਉੱਤੇ ਇਸ ਦੀਆਂ ਲੋੜਾਂ ਨੂੰ ਪੂਰੀਆਂ ਕੀਤਾ ਜਾਂਦਾ ਹੈ, ਇਸ ਦੀ ਪਾਲਣਾ ਕੀਤੀ ਜਾਂਦੀ ਹੈ, ਉੱਥੇ ਨਾਲ-ਨਾਲ ਜੀਵਨ ਦੇ ਤੌਰ ਤਰੀਕੇ, ਜੀਵਨ ਜਿਉਣ ਦਾ ਢੰਗ, ਸਲੀਕਾ ਜਿੰਨਾ ਕੁ ਪਰਿਵਾਰ ਦੇ ਮੈਂਬਰਾਂ ਨੂੰ ਆਪ ਨੂੰ ਆਉਂਦਾ ਹੈ, ਜਿੰਨਾ ਕੁ ਮਾਤਾ ਪਿਤਾ ਨੂੰ ਇਸ ਬਾਰੇ ਗਿਆਨ ਹੈ, ਉਹ ਵੀ ਬੱਚੇ ਨੂੰ ਸਿਖਾਉਣ ਦਾ ਯਤਨ ਕੀਤਾ ਜਾਂਦਾ ਹੈ। ਭਾਵ ਕੇਵਲ ਸਰੀਰਕ ਪੱਖੋਂ ਹੀ ਨਹੀਂ, ਬੁੱਧੀ ਦੇ ਪੱਖੋਂ, ਦਿਮਾਗੀ ਪੱਧਰ ਉੱਤੇ, ਮਾਨਸਿਕ ਪੱਧਰ ਉੱਤੇ ਵੀ ਬੱਚਾ ਆਪਣੇ ਮਾਤਾ ਪਿਤਾ ਕੋਲੋਂ, ਆਪਣੇ ਪਰਿਵਾਰ ਦੇ ਮੈਂਬਰਾਂ ਕੋਲੋਂ ਪਰਵਰਿਸ਼, ਪਾਲਣ ਪੋਸ਼ਣ ਪ੍ਰਾਪਤ ਕਰਦਾ ਹੈ। ਇਸ ਪੱਖੋਂ ਮਾਂ-ਬਾਪ ਤੇ ਪਰਿਵਾਰ ਦੇ ਮੈਂਬਰ ਉਸ ਦੇ ਪਹਿਲੇ ਉਸਤਾਦ ਹੁੰਦੇ ਨੇ, ਜਿਨ੍ਹਾਂ ਕੋਲੋਂ ਬੱਚਾ ਬਹਿਣਾ, ਖਲੋਣਾ, ਉੱਠਣਾ ਸਿੱਖਦਾ ਹੈ, ਬੋਲਣਾ ਸਿੱਖਦਾ ਹੈ, ਪਹਿਨਣਾ ਸਿੱਖਦਾ ਹੈ, ਖਾਣਾ ਸਿੱਖਦਾ ਹੈ। ਹੋਰ ਜੀਵਨ ਦੀਆਂ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਜਿਹੜੀਆਂ ਨੇ ਉਹ ਪਰਿਵਾਰ ਦੇ ਮੈਂਬਰ, ਮਾਂ-ਬਾਪ ਰਲ ਮਿਲ ਕੇ ਉਸ ਬੱਚੇ ਨੂੰ ਸਿਖਾਉਂਦੇ ਨੇ ਪਿਆਰ ਵਸ। ਪਰ ਬੱਚਾ ਜੀਵਨ ਦੇ ਬਿਹਤਰ ਤੇ ਵਧੇਰੇ ਤਰੀਕੇ, ਜੀਵਨ ਦਾ ਚੰਗਾ ਸਲੀਕਾ ਸਿੱਖ ਸਕੇ, ਜੀਵਨ ਅੰਦਰ ਕੁਝ ਚੰਗੇ ਗੁਣ ਧਾਰਨ ਕਰ ਸਕੇ, ਉਹ ਦਿਮਾਗੀ ਤੌਰ ਤੇ, ਮਾਨਸਿਕ ਤੌਰ ਉੱਤੇ ਵੀ ਕੁਝ ਚੰਗਾ ਗਿਆਨੀ ਹੋਵੇ, ਗੁਣੀ ਹੋਵੇ, ਕੋਈ ਜੀਵਨ ਦੇ ਕੰਮ ਆਉਣ ਵਾਲਾ ਹੁਨਰ ਸਿੱਖ ਲਵੇ, ਕੋਈ ਕਲਾ ਸਿੱਖ ਲਵੇ। ਇਸ ਵਾਸਤੇ ਪਰਿਵਾਰ ਦੇ ਮੈਂਬਰ ਕੋਈ ਯੋਗ ਤੇ ਕਾਬਲ ਉਸਤਾਦ ਲੱਭਦੇ ਹਨ ਕਿ ਜੋ ਅਸੀਂ ਇਸ ਬੱਚੇ ਨੂੰ ਨਹੀਂ ਦੇ ਸਕਦੇ, ਜੋ ਅਸੀਂ ਨਹੀਂ ਸਿਖਾ ਸਕਦੇ, ਜਿੰਨਾ ਕੁਝ ਇਸ ਬੱਚੇ ਨੂੰ ਅਸੀਂ ਦੇਣਾ ਹੈ, ਉਹਦੇ ਨਾਲ-ਨਾਲ ਇਸ ਨੂੰ ਕੁਝ ਐਕਸਟਰਾ, ਕੁਝ ਵੱਖਰਾ ਗਿਆਨ, ਕੋਈ ਵੱਖਰੀ ਵਿੱਦਿਆ, ਕੋਈ ਵੱਖਰਾ ਹੁਨਰ, ਜੀਵਨ ਦਾ ਹੋਰ ਵੀ ਵਧੀਆ ਢੰਗ, ਤਰੀਕਾ, ਸਲੀਕਾ ਪ੍ਰਾਪਤ ਹੋਵੇ। ਇਸ ਲਈ ਯੋਗ ਉਸਤਾਦ ਦੀ, ਯੋਗ ਅਧਿਆਪਕ ਦੀ ਔਰ ਕਾਬਿਲ ਟੀਚਰ ਦੀ ਜ਼ਰੂਰਤ ਪੈਂਦੀ ਹੈ। ਸੋ ਉਸ ਬੱਚੇ ਨੂੰ ਸੰਸਾਰ ਦੀ ਜਾਂ ਹੋਰ ਕੋਈ ਵੀ ਵਿੱਦਿਆ ਜਿਹੜੀ ਉਹ ਦੇਣ ਵਾਸਤੇ ਮਾਂ-ਬਾਪ ਆਹਰ ਕਰਦੇ ਨੇ, ਯਤਨ ਕਰਦੇ ਨੇ। ਇੱਕ ਸੱਜਣ ਨੇ ਬੜੀ ਪਿਆਰੀ ਗੱਲ ਲਿਖੀ, ਕਹਿਣ ਲੱਗਿਆ, ਜਿਵੇਂ ਘਰ ਦੇ ਅੰਦਰ ਮਾਂ-ਬਾਪ, ਪਰਿਵਾਰ ਦੇ ਮੈਂਬਰ ਇਸ ਬੱਚੇ ਨੂੰ ਬੋਲਣਾ ਸਿਖਾਉਂਦੇ ਨੇ, ਪਰ ਸਿਆਣਾ ਉਸਤਾਦ ਉਸ ਬੋਲੀ ਦੇ ਸਹੀ ਅਰਥ ਸਮਝਾਉਂਦਾ ਹੈ। ਜਿੰਨੀਆਂ ਵੀ ਕਿਤਾਬਾਂ ਨੇ, ਜਿੰਨੇ ਵੀ ਗ੍ਰੰਥ ਨੇ, ਜਿੰਨੇ ਵੀ ਦੁਨੀਆ ਦੀ ਵਿੱਦਿਆ ਲਾਇਬ੍ਰੇਰੀਆਂ ਦੇ ਵਿੱਚ ਕਿਤਾਬਾਂ ਦੇ ਰੂਪ ਵਿੱਚ, ਗ੍ਰੰਥਾਂ ਤੇ ਪੋਥੀਆਂ ਦੇ ਰੂਪ ਵਿੱਚ ਭਰੀ ਪਈ ਹੈ, ਜਿਸ ਮਨੁੱਖ ਨੂੰ ਵਿੱਦਿਆ ਦੀ ਕਦਰ ਨਹੀਂ, ਗਿਆਨ ਨਾਲ ਜਿਸ ਦੀ ਸਾਂਝ ਨਹੀਂ, ਜਿਹੜਾ ਇਸ ਪਾਸੇ ਤੁਰਿਆ ਨਹੀਂ, ਉਸ ਵਾਸਤੇ ਕਾਗਜ਼ਾਂ ਦੇ ਭੰਡਾਰ ਤੋਂ ਬਿਨਾਂ ਉਹ ਕੋਈ ਚੀਜ਼ ਨਹੀਂ ਹੈ। ਸਿਆਣਾ ਉਸਤਾਦ ਹੀ ਆਪਣੀ ਲਿਆਕਤ ਦੇ ਨਾਲ ਇੱਕ ਆਮ ਜਿਹੇ ਇਨਸਾਨ ਨੂੰ ਇਹ ਗੱਲ ਸਮਝਾਉਂਦਾ ਹੈ ਵੀ ਇਸ ਕਿਤਾਬ ਦੇ ਵਿੱਚ, ਇਸ ਗ੍ਰੰਥ ਦੇ ਵਿੱਚ, ਇਸ ਪੋਥੀ ਦੇ ਵਿੱਚ ਇਹਨਾਂ ਕਾਗਜ਼ਾਂ ਦੇ ਉੱਤੇ ਲਿਖੇ ਹੋਏ ਅੱਖਰ ਕੀ ਦੱਸਦੇ ਨੇ, ਇਹਨਾਂ 'ਚ ਕਿੰਨਾ ਖਜ਼ਾਨਾ ਜੀਵਨ ਦਾ, ਕਿੰਨੀ ਅਕਲ ਜੀਵਨ ਵਾਸਤੇ ਭਰੀ ਪਈ ਹੈ। ਸੋ ਇਉਂ ਕਹਿ ਲਿਆ ਜਾਏ ਕਿ ਸਿਆਣਾ ਉਸਤਾਦ ਇੱਕ ਚਾਬੀ ਦੀ ਨਿਆਈ ਹੁੰਦਾ ਹੈ, ਜਿਹੜਾ ਆਪਣੀ ਲਿਆਕਤ ਨਾਲ, ਆਪਣੀ ਸੋਝੀ ਨਾਲ, ਆਪਣੀ ਮਿਹਨਤ ਨਾਲ ਉਹ ਚਾਬੀ ਆਮ ਇਨਸਾਨ ਦੇ ਹੱਥ ਫੜਾਉਂਦਾ ਹੈ ਵੀ ਤੂੰ ਇਸ ਗ੍ਰੰਥ ਨੂੰ ਖੋਲ੍ਹ, ਇਸ ਕਿਤਾਬ ਨੂੰ ਖੋਲ੍ਹ ਤੇ ਇਸ ਵਿੱਚੋਂ ਲੱਭ, ਤੇਰੇ ਜੀਵਨ ਵਾਸਤੇ ਇਹਦੇ ਵਿੱਚ ਅਕਲ ਭਰੀ ਪਈ ਹੈ, ਗਿਆਨ ਭਰਿਆ ਪਿਆ ਹੈ, ਸੋਝੀ ਭਰੀ ਪਈ ਹੈ, ਹੁਨਰ ਭਰੇ ਪਏ ਨੇ, ਕਲਾ ਭਰੀ ਪਈ ਹੈ। ਸੰਸਾਰਕ ਪੱਧਰ ਉੱਤੇ ਅਸੀਂ ਵੇਖਦੇ ਹਾਂ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 7 ਸਾਲ ਦੀ ਉਮਰ ਦੇ ਹੁੰਦੇ ਨੇ,
ਪਿਤਾ ਜੀ ਕਲਿਆਣ ਦਾਸ ਵਿਚਾਰ ਕਰਦੇ ਹਨ, ਬੱਚੇ ਨੂੰ ਪੜ੍ਹਨੇ ਪਾਉਣਾ ਚਾਹੀਦਾ ਹੈ। ਸਾਡੀਆਂ ਇਤਿਹਾਸਕ ਪੁਸਤਕਾਂ ਵਿੱਚ ਜ਼ਿਕਰ ਹੈ, ਸਤਿਗੁਰੂ 7 ਸਾਲ ਦੇ ਹੋਏ ਉਹਨਾਂ ਨੂੰ ਗੋਪਾਲ ਪਾਂਧੇ ਕੋਲ ਪੜ੍ਹਨੇ ਪਾਇਆ ਗਿਆ। ਉਸ ਨੇ ਹਿੰਦੀ ਇਤਿਆਦਿਕ ਅੱਖਰੀ ਭਾਸ਼ਾ ਸਿਖਾਈ। ਬ੍ਰਿਜ ਲਾਲ ਪੰਡਤ ਦਾ ਜ਼ਿਕਰ ਆਉਂਦਾ ਹੈ, ਉਸ ਨੇ ਸੰਸਕ੍ਰਿਤ ਵਿਦਿਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਸਿਖਾਈ। ਕੁਤਬਦੀਨ ਮੌਲਵੀ ਦਾ ਜ਼ਿਕਰ ਆਉਂਦਾ ਹੈ, ਉਸ ਨੇ ਗੁਰੂ ਸਾਹਿਬ ਜੀ ਨੂੰ ਫਾਰਸੀ ਤੇ ਕੁਝ ਹੋਰ ਭਾਸ਼ਾਵਾਂ ਜਿਹੜੀਆਂ ਉਸ ਵੇਲੇ ਪ੍ਰਚਲਿਤ ਸਨ ਉਹਨਾਂ ਦਾ ਗਿਆਨ ਦਿੱਤਾ, ਉਹਨਾਂ ਬਾਬਤ ਜਾਣਕਾਰੀ ਦਿੱਤੀ। ਭਲੇ ਹੀ ਸਾਡੇ ਇਤਿਹਾਸਕ ਸਰੋਤਾਂ ਨੇ, ਸਾਖੀਕਾਰਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਬੜੇ ਸੋਝੀਵਾਨ ਸਨ। ਉਹਨਾਂ ਦੀ ਅਕਲ, ਉਹਨਾਂ ਦੀ ਸੋਝੀ ਨੂੰ ਵੇਖ ਕੇ, ਉਹਨਾਂ ਦੇ ਗਿਆਨ ਦੇ ਪੱਧਰ ਨੂੰ ਵੇਖ ਕੇ ਇਹ ਉਸਤਾਦ ਹੈਰਾਨ ਵੀ ਹੋਏ ਤੇ ਹਜ਼ੂਰ ਦੇ ਕਦਰਦਾਨ ਵੀ ਬਣੇ। ਪਰ ਇਹ ਠੀਕ ਹੈ ਵੀ ਮਾਤਾ ਪਿਤਾ ਨੇ ਜ਼ਰੂਰਤ ਸਮਝੀ ਵੀ ਇਹਨਾਂ ਉਸਤਾਦਾਂ ਦੇ ਕੋਲ ਆਪਣੇ ਬੱਚੇ ਨੂੰ ਪੜ੍ਹਨ ਵਾਸਤੇ ਭੇਜਿਆ ਜਾਏ। ਸੋ ਸੰਸਾਰੀ ਜੋ ਵਿਦਿਆ ਹੈ, ਜੋ ਸੰਸਾਰੀ ਅੱਖਰ ਹਨ, ਜੋ ਗਿਆਨ ਹੈ, ਉਹ ਸੰਸਾਰ ਵਿੱਚੋਂ ਇਕੱਠਾ ਕੀਤਾ ਔਰ ਇਹਨਾਂ ਉਸਤਾਦਾਂ ਨੇ ਆਪਣਾ ਸਮਾਂ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਭੇਟ ਕੀਤਾ ਹੈ। ਤੁਸੀਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਦੇਖੋ। ਉਹਨਾਂ ਨੇ ਆਪ ਗੁਰਮੁਖੀ ਸਕੂਲ ਖੋਲ੍ਹਿਆ। ਖਡੂਰ ਦੀ ਧਰਤੀ ਦੇ ਉੱਤੇ ਪਹਿਲਾ ਇਹ ਸਿੱਖ ਸਕੂਲ ਕਾਇਮ ਹੋਇਆ, ਜਿਸ ਵਿੱਚ ਗੁਰਮੁਖੀ ਦੀ ਪੜ੍ਹਾਈ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਆਪ ਬੱਚਿਆਂ ਵਿੱਚ ਬੈਠ ਕੇ ਸਿਖਾਇਆ ਕਰਦੇ। ਆਪ ਪੱਟੀ ਦੇ ਉੱਤੇ ਪੂਰਨੇ ਪਾ ਕੇ ਦਿਆ ਕਰਦੇ। ਬੱਚੇ ਜਿਹੜੇ ਸਨ ਉਹ ਲਿਖਦੇ ਸਨ, ਸਮਝਦੇ ਸਨ, ਸਿੱਖਦੇ ਸਨ। ਮੱਲ ਅਖਾੜੇ ਚਲਾਏ ਸਤਿਗੁਰੂ ਮਹਾਰਾਜ ਨੇ ਤਾਂ ਕਿ ਜਵਾਨੀ ਦੀ ਦਹਲੀਜ਼ ਤੇ ਪੁੱਜ ਚੁੱਕੇ ਬੱਚਿਆਂ ਨੂੰ ਸਰੀਰਕ ਹੁਨਰ ਵੀ ਕਸਰਤਾਂ ਕਰਵਾ ਕੇ ਸਿਖਾਏ ਜਾਣ, ਉਹਨਾਂ ਨੂੰ ਬਲਸ਼ਾਲੀ ਬਣਾਇਆ ਜਾਏ, ਉਹਨਾਂ ਨੂੰ ਨਰੋਆ ਰੱਖਿਆ ਜਾਏ, ਉਹਨਾਂ 'ਚ ਮਰਦਾਨਗੀ ਦੇ ਗੁਣ ਪੈਦਾ ਕੀਤੇ ਜਾਣ, ਸੂਰਮਗਤੀ ਦੇ ਗੁਣ ਪੈਦਾ ਕੀਤੇ ਜਾਣ। ਤੀਜੇ, ਚੌਥੇ, ਪੰਜਵੇਂ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਆਂ, ਛੇਵੇਂ ਪਾਤਸ਼ਾਹ ਦਾ ਜੀਵਨ ਪੜ੍ਹਦੇ ਆਂ। ਹਜ਼ੂਰ ਦੀ ਬਾਣੀ ਨੂੰ ਪੜ੍ਹ ਕੇ ਵੇਖੋ, ਕਿੰਨਾ ਸੁੰਦਰ ਕਾਵ ਉਹਨਾਂ ਨੇ ਰਚਿਆ। ਸਾਰੀ ਬਾਣੀ ਉਹਨਾਂ ਦੀ ਰਾਗ ਦੇ ਨਿਯਮ ਦੇ ਅਧੀਨ ਹੈ ਔਰ ਰਾਗ ਦੀ ਕਲਾ ਕਿੰਨੀ ਮਹਾਨ ਹੈ, ਕਵਿਤਾ ਦਾ ਗੁਣ, ਕਾਵ ਕਲਾ ਕਿੰਨੀ ਮਹਾਨ ਹੈ। ਸਤਿਗੁਰਾਂ ਨੇ ਬੜੇ ਸੁੰਦਰ ਦਰਬਾਰ ਨਗਰ ਬਣਾਏ, ਭਵਨ ਨਿਰਮਾਣ ਕਰਨਾ, ਬਿਲਡਿੰਗਾਂ ਤਿਆਰ ਕਰਨੀਆਂ, ਇਹ ਵੀ ਇੱਕ ਬੜੀ ਵੱਡੀ ਕਲਾ ਹੈ ਆਪਣੇ ਆਪ ਵਿੱਚ। ਔਰ ਸਾਰੇ ਇਸ ਕਾਸੇ ਦਾ ਪ੍ਰਬੰਧ ਕਰਨਾ ਸੰਗਤੀ ਰੂਪ ਵਿੱਚ। ਚੰਗੇ ਪ੍ਰਬੰਧਕੀ ਗੁਣਾਂ ਤੇ ਇਸ ਕਲਾ ਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਦਾ। ਸਤਿਗੁਰੂ ਜੀ ਪ੍ਰਚਾਰ ਕਰਦੇ ਨੇ ਥਾਂ ਪੁਰ ਥਾਂ, ਬੇਅੰਤ ਲੋਕ ਉਹਨਾਂ ਦੇ ਗਿਆਨ ਦੇ ਨਾਲ ਜੁੜਦੇ ਨੇ, ਰੱਬ ਦੇ ਰਾਹ ਤੇ, ਸੱਚ ਧਰਮ ਦੇ ਰਾਹ ਤੇ ਤੁਰਦੇ ਨੇ। ਇਹ ਪ੍ਰਚਾਰ ਦੀ ਕਿੰਨੀ ਉੱਤਮ ਕਲਾ ਹਜ਼ੂਰ ਦੇ ਕੋਲ ਹੈ। ਛੇਵੇਂ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਆਂ। ਜੰਗੀ ਹੁਨਰ ਉਹਨਾਂ ਦੇ ਕੋਲ ਕਿੰਨੇ ਬਾਕਮਾਲ ਨੇ। ਕਿਲੇ ਰਚਣੇ, ਘੋੜ ਸਵਾਰੀ ਕਰਨੀ, ਸ਼ਸਤਰਧਾਰੀ ਹੋਣਾ ਤੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਕਰਨਾ, ਜੰਗਾਂ ਲੜਨੀਆਂ ਤੇ ਜੰਗਾਂ ਦੇ ਵਿੱਚ ਇੱਕ ਉੱਘੇ ਜਰਨੈਲ, ਜਿਹੜੇ ਕਿ ਉਸ ਸਮੇਂ ਦੀ ਸਰਕਾਰ ਦੇ ਬੜੇ ਪੁੱਗੇ ਹੋਏ ਜਰਨੈਲ ਨੇ, ਉਹਨਾਂ ਨੂੰ ਮਾਤ ਦੇ ਦੇਣੀ। ਇਹ ਜੰਗੀ ਹੁਨਰ ਤੋਂ ਬਿਨਾਂ, ਸੁਚੱਜੀ ਅਗਵਾਈ ਤੋਂ ਬਿਨਾਂ ਇਹ ਸਾਰਾ ਕੁਝ ਨਹੀਂ ਸੀ ਹੋ ਸਕਦਾ। ਰਾਜਨੀਤਿਕ ਤੌਰ ਉੱਤੇ ਹਜ਼ੂਰ ਦੇ ਕੋਲ ਕਿੰਨੀ ਵੱਡੀ ਸੂਝ-ਬੂਝ ਹੈ ਕਿ ਉਹ ਜ਼ਾਲਮ ਰਾਜ ਦੀਆਂ ਜੜ੍ਹਾਂ ਨੂੰ ਖੋਖਲਿਆਂ ਕਰਨ ਵਾਸਤੇ ਔਰ ਚੰਗਾ ਸਮਾਜ, ਚੰਗੀ ਰਾਜਨੀਤੀ ਲੋਕਾਂ ਨੂੰ ਦੇਣ ਵਾਸਤੇ ਕਿੰਨੇ ਯਤਨਸ਼ੀਲ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਮੁਖੀ ਦਾ ਅੱਖਰ ਗਿਆਨ ਵਿਦਿਆ ਦਿੱਤੀ, ਸ਼ਸਤਰ ਸਿਖਾਏ। ਇਹ ਸਾਰਾ ਕੁਝ ਬਾਬਾ ਬੁੱਢਾ ਜੀ ਵਰਗੇ, ਭਾਈ ਲੰਗਾ, ਭਾਈ ਪਿਰਾਣਾ ਜੀ ਵਰਗੇ ਉਸਤਾਦਾਂ ਦਾ ਕਰਮ ਹੈ। 7ਵੇਂ, 8ਵੇਂ, 9ਵੇਂ, 10ਵੇਂ ਪਾਤਸ਼ਾਹ ਜੀ ਦਾ ਜੀਵਨ ਪੜ੍ਹੋ। ਨਵੇਂ ਨਗਰ ਵਸਾਏ ਨੇ, ਬਾਗ ਬਗੀਚੇ ਲਵਾਏ, ਪਸ਼ੂਆਂ ਲਈ ਰੱਖ ਬਣਾਈ, ਨਵੇਂ ਨਗਰਾਂ ਦੀ ਉਸਾਰੀ ਕੀਤੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ। ਮੁਨਸ਼ੀ ਮੀਰ ਮੁਹੰਮਦ ਕਾਜ਼ੀ ਗੁਰੂ ਸਾਹਿਬ ਜੀ ਨੂੰ ਫਾਰਸੀ ਇਤਿਆਦਿਕ ਹੋਰ ਪ੍ਰਚਲਿਤ ਭਾਸ਼ਾਵਾਂ ਪੜ੍ਹਾਇਆ ਕਰਦਾ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਚੇਚੇ ਤੌਰ ਤੇ ਉਸਤਾਦ ਨਿਯਤ ਕੀਤੇ ਨੇ। ਪੰਡਿਤ ਕਿਰਪਾ ਰਾਮ, ਜਿਹੜੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਇਹਨਾਂ ਦੇ ਪੜਦਾਦਾ ਭਾਈ ਬ੍ਰਹਮਦਾਸ, ਪੰਡਿਤ ਬ੍ਰਹਮਦਾਸ, ਜੋ ਸਿੱਖੀ ਗ੍ਰਹਿਣ ਕਰਕੇ ਭਾਈ ਬ੍ਰਹਮਦਾਸ ਬਣੇ, ਸਿੱਖੀ ਧਰਮ ਦਾ ਪ੍ਰਚਾਰ ਜਿਹੜਾ ਉਹ ਕਸ਼ਮੀਰ ਮਟਨ ਦੇ ਇਲਾਕੇ 'ਚ ਕਰਦੇ ਰਹੇ। ਪੀੜ੍ਹੀ ਦਰ ਪੀੜ੍ਹੀ ਇਹ ਸਿੱਖ ਸੱਜੇ ਹੋਏ ਨੇ। ਪੰਡਿਤ ਕਿਰਪਾ ਰਾਮ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਦੇ ਨਾਲ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ ਤੇ ਹੋਰ ਵਿਦਿਆ, ਹੋਰ ਗਿਆਨ ਦਿੰਦੇ ਨੇ। ਮੁਨਸ਼ੀ ਸਾਹਿਬ ਚੰਦ ਮੁਸਾਹਿਬ ਗੁਰੂ ਘਰ ਦੇ ਪਰਮ ਸੇਵਕ, ਗੁਰਬਾਣੀ ਦੀ ਸੰਥਿਆ, ਗੁਰਮੁਖੀ ਇਤਿਆਦਿਕ ਭਾਸ਼ਾਵਾਂ ਪੜ੍ਹਾਉਂਦੇ, ਘੋੜ ਸਵਾਰੀ, ਸ਼ਸਤਰ ਵਿਦਿਆ, ਇਹ ਸਾਰਾ ਕੁਝ ਉਹਨਾਂ ਨੂੰ ਸਿਖਾਇਆ ਗਿਆ। ਇਹ ਬਚਨ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੰਸਾਰ ਦੇ ਹੁਨਰ ਸਿੱਖਣ ਵਾਸਤੇ, ਸੰਸਾਰ ਦੀ ਕਲਾ ਸਿੱਖਣ ਵਾਸਤੇ, ਸੰਸਾਰ ਦੇ ਕੁਝ ਗੁਣ ਸਿੱਖਣ ਵਾਸਤੇ ਸਿਆਣੇ ਉਸਤਾਦ ਆਪਣਾ ਸਮਾਂ, ਆਪਣਾ ਵਕਤ, ਆਪਣੀ ਮਿਹਨਤ ਆਪਣੇ ਸਿਖਿਆਰਥੀ ਦੇ ਉੱਤੇ ਲਾਉਂਦੇ ਨੇ। ਸੰਸਾਰ ਦੇ ਮਹਾਨ ਤੋਂ ਮਹਾਨ, ਹੁਨਰਮੰਦ ਤੇ ਕਲਾਵਾਨ ਮਨੁੱਖਾਂ ਪਿੱਛੇ ਬੜੇ ਲਾਇਕ, ਬੜੇ ਸਿਆਣੇ ਉਸਤਾਦਾਂ ਦਾ ਲੰਮਾ ਤਜਰਬਾ, ਉਹਨਾਂ ਦੀ ਕਰੜੀ ਘਾਲਣਾ, ਉਹਨਾਂ ਦਾ ਕੀਮਤੀ ਸਮਾਂ ਨੀਂਹ ਦਾ ਕੰਮ ਕਰਿਆ ਕਰਦਾ ਹੈ। ਸੰਸਾਰ ਦੇ ਅੰਦਰ ਕਿੰਨੇ ਚੰਗੇ ਚੰਗੇ ਕਲਾਵਾਨ ਮਨੁੱਖ ਹੋਏ ਨੇ, ਪਰ ਉਹਨਾਂ ਦੇ ਉੱਤੇ ਵੀ ਕਿਸੇ ਉਸਤਾਦ ਨੇ ਆਪਣਾ ਸਮਾਂ, ਆਪਣੀ ਘਾਲਣਾ ਲਾਈ।
ਗੁਰੂ ਘਰ ਦੇ ਬੜੇ ਕਾਬਿਲ ਗੁਰਸਿੱਖ ਨੇ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਾਹਿਬ ਜੀ। ਐਸੇ ਗੁਰਸਿੱਖਾਂ ਦਾ ਜ਼ਿਕਰ ਜਦੋਂ ਅਸੀਂ ਪੜ੍ਹਦੇ ਹਾਂ, ਵਿਦਵਾਨ ਵੀ ਨੇ, ਚੰਗੇ ਸੇਵਾਦਾਰ ਨੇ ਗੁਰੂ ਘਰ ਦੇ। ਵਿਦਵਾਨ ਹੋਣ ਦੇ ਨਾਤੇ ਸਿੱਖਾਂ ਨੂੰ ਗੁਰਮੁਖੀ ਅੱਖਰ ਤੇ ਹੋਰ ਜੋ ਉਸ ਵੇਲੇ ਦਾ ਗਿਆਨ ਜੋ ਪ੍ਰਚਲਿਤ ਸੀ ਉਹ ਦੇਣ ਦਾ ਯਤਨ ਕਰਦੇ ਰਹੇ। ਉਸਤਾਦ ਦੇ ਤੌਰ ਉੱਤੇ ਵੀ ਇਹਨਾਂ ਨੇ ਬਹੁਤ ਵੱਡੇ ਕਰਮ ਕੀਤੇ ਨੇ, ਇੱਕ ਟੀਚਰ ਬਣ ਕੇ, ਅਧਿਆਪਕ ਬਣ ਕੇ। ਭਾਈ ਨੰਦ ਲਾਲ ਸਾਹਿਬ ਜੀ ਦੇ ਜੀਵਨ ਦੇ ਵਿੱਚ ਤਾਂ ਇਹ ਇੱਕ ਘਟਨਾ ਆਉਂਦੀ ਹੈ ਕਿ ਉਹ ਔਰੰਗਜ਼ੇਬ ਦੇ ਸ਼ਹਿਜ਼ਾਦੇ ਮੁਅੱਜ਼ਮ ਦੇ ਉਸਤਾਦ ਸਨ, ਉਸ ਨੂੰ ਪੜ੍ਹਾਇਆ ਕਰਦੇ ਸਨ, ਫਾਰਸੀ ਦੇ ਅਧਿਆਪਕ ਸਨ, ਸਰਕਾਰੀ ਨੌਕਰੀ ਮਿਲੀ ਹੋਈ ਸੀ। ਇਹਨਾਂ ਦੇ ਪਿਤਾ ਜੀ ਵੀ ਬਹੁਤ ਵੱਡੇ ਵਿਦਵਾਨ ਸਨ, ਮੁਲਤਾਨ ਦੇ ਹਾਕਮ ਦੇ ਮੁਨਸ਼ੀ ਰਹੇ ਸਨ, ਦੀਵਾਨ ਰਹੇ ਸਨ। ਪੀੜ੍ਹੀ ਦਰ ਪੀੜ੍ਹੀ ਇਹਨਾਂ ਦੇ ਖਾਨਦਾਨ ਦੇ ਵਿੱਚ ਵਿੱਦਿਆ ਦਾ, ਗਿਆਨ ਦਾ, ਸੰਸਾਰਕ ਹੁਨਰ ਦਾ, ਭਾਸ਼ਾਵਾਂ ਦਾ ਬਹੁਤ ਜ਼ਿਆਦਾ ਗਿਆਨ, ਪੜ੍ਹਿਆ ਲਿਖਿਆ ਪਰਿਵਾਰ ਸੀ ਉਸ ਸਮੇਂ ਦਾ। ਪਿਛੋਕੜ ਇਹਨਾਂ ਦੇ ਮੁਲਤਾਨ ਸ਼ਹਿਰ ਦਾ ਹੈ। ਕਹਿੰਦੇ ਨੇ ਇੱਕ ਦਿਨ ਔਰੰਗਜ਼ੇਬ ਦੀ ਸਭਾ ਲੱਗੀ ਹੋਈ, ਜਿੱਥੇ ਬੈਠ ਕੇ ਉਹ ਵਿਦਵਾਨਾਂ ਨਾਲ, ਕਵੀਆਂ ਨਾਲ, ਇਸਲਾਮੀ ਵਿਦਵਾਨਾਂ ਦੇ ਨਾਲ ਕਈ ਤਰ੍ਹਾਂ ਦੀਆਂ ਚਰਚਾ ਜਿਹੜੀਆਂ ਸਨ ਉਹ ਧਰਮ ਦੇ ਵਿਸ਼ੇ ਤੇ, ਰਾਜਨੀਤੀ ਦੇ ਵਿਸ਼ੇ ਤੇ ਕਰਿਆ ਕਰਦਾ। ਸ਼ਾਹੀ ਦਰਬਾਰਾਂ 'ਚ ਅਕਸਰ ਐਸੇ ਵਿਦਵਾਨ, ਕਵੀ ਔਰ ਐਸੇ ਲਿਖਾਰੀ ਜਿਹੜੇ ਸਨ, ਹੁਨਰਮੰਦ ਆਦਮੀ ਜਿਹੜੇ ਸਨ, ਉਹ ਰੱਖੇ ਹੁੰਦੇ ਸਨ। ਇੱਕ ਦਿਨ ਉਸ ਸਭਾ ਦੇ ਵਿੱਚ ਬੈਠਿਆਂ ਗੱਲ ਚੱਲੀ ਕੁਰਾਨ ਦੇ ਇੱਕ ਕਲਮੇ ਦੇ ਅਰਥਾਂ ਦੀ। ਉਸ ਦੇ ਮਾਇਨੇ ਸਮਝਣ ਵਾਸਤੇ ਸਾਰਿਆਂ ਨੇ ਆਪਣੇ ਜੋ ਕਿਸੇ ਨੂੰ ਉਸ ਦੇ ਅਰਥ ਪਤਾ ਸਨ ਉਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਇਸ ਕਲਮੇ ਦਾ ਭਾਵ ਜਿਹੜਾ ਉਹ ਸਪਸ਼ਟ ਰੂਪ ਵਿੱਚ ਸਾਰਿਆਂ ਦੀ ਸਮਝ ਵਿੱਚ ਆਏ। ਪਰ ਸ਼ਾਇਦ ਤਸੱਲੀ ਬਖਸ਼ ਉੱਤਰ ਕੋਈ ਵੀ, ਅਰਥ ਕੋਈ ਵੀ ਜਿਹੜਾ ਸੀ, ਮਾਇਨੇ ਜਿਹੜੇ ਸੀ, ਉਹ ਕੋਈ ਵੀ ਨਾ ਕਰ ਸਕਿਆ। ਗੱਲ ਚੱਲਦਿਆਂ ਇੱਥੋਂ ਤੱਕ ਸਮਾਂ ਪੂਰਾ ਹੋ ਗਿਆ ਸਭਾ ਦਾ, ਔਰ ਗੱਲ ਚੱਲੀ ਵੀ ਜਦੋਂ ਆਪਣੀ ਅਗਲੀ ਸਭਾ ਜੁੜੇ, ਕੱਲ ਜਦੋਂ ਅਸੀਂ ਬੈਠੀਏ ਤੇ ਇਸ ਤੇ ਗੌਰ ਕਰਕੇ ਆਇਓ, ਸੋਚ ਕੇ ਆਇਓ, ਹੋ ਸਕਦਾ ਹੈ ਕਿਸੇ ਦੇ ਦਿਮਾਗ ਵਿੱਚ ਗੱਲ ਪੈ ਜਾਏ ਤੇ ਕੋਈ ਕੱਲ ਨੂੰ ਚੰਗੇ ਅਰਥ ਕਰਕੇ ਦੱਸ ਸਕੇ। ਸ਼ਹਿਜ਼ਾਦਾ ਮੁਅੱਜ਼ਮ, ਜਿਸ ਨੂੰ ਅਸੀਂ ਬਾਅਦ ਵਿੱਚ ਬਹਾਦਰ ਸ਼ਾਹ ਕਹਿੰਦੇ ਆ, ਇਹ ਪੜ੍ਹਿਆ ਕਰਦਾ ਸੀ ਭਾਈ ਨੰਦ ਲਾਲ ਸਾਹਿਬ ਜੀ ਕੋਲੋਂ। ਪੜ੍ਹਦਿਆਂ ਸੁਭਾਵਿਕ ਹੀ ਇਸਨੇ ਭਾਈ ਸਾਹਿਬ ਜੀ ਨੂੰ ਪੁੱਛਿਆ, ਭਾਈ ਜੀ, ਅੱਜ ਸਭਾ ਦੇ ਵਿੱਚ ਬੈਠਿਆਂ ਹੋਇਆਂ ਕੁਰਾਨ ਦੇ ਇੱਕ ਕਲਮੇ ਦੇ ਅਰਥਾਂ ਦੀ ਗੱਲ ਚੱਲੀ, ਕੀ ਤੁਸੀਂ ਦੱਸ ਸਕਦੇ ਹੋ ਇਸ ਦੇ ਮਾਇਨੇ ਕੀ ਬਣਦੇ ਨੇ? ਭਾਈ ਸਾਹਿਬ ਜੀ ਨੇ ਸੁਭਾਵਿਕ ਹੀ ਕੁਰਾਨ ਫੜੀ ਤੇ ਪੜ੍ਹਦਿਆਂ ਹੋਇਆਂ ਥੋੜਾ ਕੁ ਸੋਚ ਕੇ ਅਰਥ ਕਰ ਦਿੱਤੇ ਵੀ ਇਹਦੇ ਅਰਥ ਤੇ ਆਹ ਬਣਦੇ ਨੇ, ਆਹ ਮਾਇਨੇ ਬਣਦੇ ਨੇ ਇਹਦੇ ਹਿਸਾਬ ਨਾਲ। ਸ਼ਹਿਜ਼ਾਦਾ ਮੁਅੱਜ਼ਮ ਨੂੰ ਉਹ ਬੜੇ ਚੰਗੇ ਲੱਗੇ ਵੀ ਅਰਥ ਬੜੇ ਸੋਹਣੇ ਕੀਤੇ ਨੇ। ਅਗਲੇ ਦਿਨ ਦੀ ਸਭਾ ਦੇ ਵਿੱਚ ਆ ਕੇ ਔਰੰਗਜ਼ੇਬ ਜਿੱਥੇ ਬੈਠਾ ਹੋਇਆ ਸੀ, ਸਾਰੇ ਬਾਕੀ ਉਲੇਮਾ, ਸਾਰੇ ਉੱਥੇ ਵਿਦਵਾਨ ਬੈਠੇ ਸਨ, ਗੱਲਬਾਤ ਚੱਲ ਰਹੀ ਸੀ। ਆਪਣੇ ਅਰਥ ਕਰਦਿਆਂ ਮੁਅੱਜ਼ਮ ਨੇ ਉਹੀ ਅਰਥ ਦੱਸੇ ਜਿਹੜੇ ਭਾਈ ਨੰਦ ਲਾਲ ਸਾਹਿਬ ਜੀ ਦੇ ਕੋਲੋਂ ਸੁਣ ਕੇ ਆਏ ਸਨ। ਸਾਰੇ ਵਾਹ ਕਰ ਉੱਠੇ, ਬਹੁਤ ਖੂਬ, ਬਹੁਤ ਸੋਹਣੇ ਅਰਥ ਹੋਏ ਨੇ, ਬੜੇ ਸੁੰਦਰ ਮਾਇਨੇ ਉਗੜ ਕੇ ਆਏ ਨੇ। ਔਰੰਗਜ਼ੇਬ ਨੇ ਸੁਭਾਵਿਕ ਹੀ ਪੁੱਛਿਆ ਸ਼ਹਿਜ਼ਾਦੇ ਨੂੰ ਵੀ ਕੱਲ ਵੀ ਤੁਸੀਂ ਇਸ ਸਭਾ ਦੇ ਵਿੱਚ ਸੀ, ਅਗਰ ਤੁਹਾਨੂੰ ਅਰਥ ਪਤਾ ਸਨ ਤੇ ਕੱਲ ਕਿਉਂ ਨਹੀਂ ਦੱਸੇ? ਸ਼ਹਿਜ਼ਾਦਾ ਮੁਅੱਜ਼ਮ ਕਹਿਣ ਲੱਗਿਆ, ਜੀ ਗੁਸਤਾਖੀ ਦੀ ਖਿਮਾ, ਕੱਲ ਮੈਨੂੰ ਇਹ ਅਰਥ ਆਉਂਦੇ ਹੀ ਨਹੀਂ ਸਨ, ਫਿਰ ਅੱਜ ਕਿੱਥੋਂ ਪਤਾ ਲੱਗੇ? ਕਹਿਣ ਲੱਗਿਆ, ਜੀ ਭਾਈ ਨੰਦ ਲਾਲ ਜੀ ਕੋਲੋਂ ਮੈਂ ਪੁੱਛੇ ਸਨ ਤੇ ਉਹਨਾਂ ਨੇ ਇਹ ਅਰਥ ਕੀਤੇ ਨੇ, ਉਹ ਬੜੇ ਵਿਦਵਾਨ ਨੇ ਤੇ ਉਹਨਾਂ ਨੇ ਸਹਿਜ ਸੁਭਾਈ ਇਸ ਕਲਮੇ ਦੇ ਇਹ ਮਾਇਨੇ ਸਾਡੇ ਸਾਹਮਣੇ ਰੱਖ ਦਿੱਤੇ। ਸੋ ਮੈਂ ਜੋ ਉਹਨਾਂ ਕੋਲੋਂ ਸੁਣਿਆ ਤੁਹਾਡੇ ਸਾਹਮਣੇ ਆ ਕੇ ਬਿਆਨ ਕਰ ਦਿੱਤਾ ਹੈ। ਜਿਸ ਵੇਲੇ ਔਰੰਗਜ਼ੇਬ ਨੇ ਸੁਣਿਆ, ਦਾਦ ਦਿੱਤੀ, ਤਾਰੀਫ ਕੀਤੀ ਕਿ ਬਹੁਤ ਖੂਬ ਅਰਥ ਨੇ, ਪਰ ਨਾਲ ਹੀ ਥੋੜੀ ਜੀ ਮੱਥੇ ਤੇ ਤਿਉੜੀ ਪਾ ਕੇ ਕਹਿਣ ਲੱਗਿਆ ਵੀ ਇਹਨਾਂ ਕੁਰਾਨ ਦਾ ਵਿਦਵਾਨ ਹੈ, ਗਿਆਤਾ ਹੈ, ਜਾਣਕਾਰ ਹੈ, ਆਲਮ ਹੈ, ਤੇ ਫਿਰ ਵੀ ਅਜੇ ਵੀ ਭਾਈ ਨੰਦ ਲਾਲ ਹੈ। ਇੰਨੀ ਕੁ ਗੱਲ ਉਹਨੇ ਸੁਭਾਵਿਕ ਜਿਹੀ ਕਹੀ। ਤੰਗ ਦਿਲ ਇਨਸਾਨ ਸੀ, ਮਨ ਅੰਦਰ ਇਹ ਖਿਆਲ ਆਇਆ ਵੀ ਐਸੇ ਇਨਸਾਨ ਨੂੰ ਤਾਂ ਮੁਸਲਮਾਨ ਇਸਲਾਮੀ ਧਰਮ 'ਚ ਹੋਣਾ ਚਾਹੀਦਾ ਹੈ। ਬਸ ਇੰਨੀ ਕੁ ਖਬਰ ਜਿਹੜੀ ਸੀ, ਇੰਨੀ ਕੁ ਗੱਲ ਜਿਹੜੀ ਸੀ ਉਹ ਸ਼ਹਿਜ਼ਾਦਾ ਮੁਅੱਜ਼ਮ ਦੇ ਨਾਲ ਉਹਨ ਕੀਤੀ। ਪਰ ਸ਼ਹਿਜ਼ਾਦਾ ਮੁਅੱਜ਼ਮ ਦੇ ਮਨ ਅੰਦਰ ਖਿਆਲ ਆਇਆ ਵੀ ਮੇਰੇ ਅੱਬਾ ਦੀ, ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੀ ਨਜ਼ਰ ਹੁਣ ਨੰਦ ਲਾਲ ਤੇ ਸਵੱਲੀ ਨਹੀਂ ਰਹੇਗੀ। ਵਾਪਸ ਆਏ, ਪੜ੍ਹਦਿਆਂ ਹੋਇਆਂ ਆਪਣਾ ਫਰਜ਼ ਸਮਝ ਕੇ ਭਾਈ ਨੰਦ ਲਾਲ ਸਾਹਿਬ ਨੂੰ ਕਹਿਣ ਲੱਗੇ, ਭਾਈ ਜੀ, ਤੁਹਾਡੇ ਨਾਲ ਉਸਤਾਦ ਜੀ ਇੱਕ ਗੱਲ ਕਰਾਂ, ਤੁਸੀਂ ਹੁਣ ਇਸ ਜਗ੍ਹਾ ਦੇ ਉੱਤੇ ਸੁਰੱਖਿਅਤ ਨਹੀਂ, ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ, ਬੇਨਤੀ ਹੈ ਵੀ ਤੁਸੀਂ ਹੁਣ ਇਸ ਜਗ੍ਹਾ ਤੋਂ ਚਲੇ ਜਾਓ। ਭਾਈ ਜੀ ਨੇ ਪੁੱਛਿਆ, ਕੀ ਕਾਰਨ ਹੈ? ਕਹਿਣ ਲੱਗੇ, ਜੀ ਆ ਮੈਂ ਤੁਹਾਡੇ ਕੀਤੇ ਅਰਥ ਕੱਲ ਸੁਣਾਏ, ਬੜੀ ਵਾਹ ਹੋਈ, ਤਾਰੀਫ ਹੋਈ, ਤੁਹਾਡੀ ਵੀ ਬੜੀ ਤਾਰੀਫ ਕੀਤੀ। ਬਾਦਸ਼ਾਹ ਨੇ ਖੁਦ ਆਪਣੀ ਜ਼ੁਬਾਨ ਤੋਂ ਕਿਹਾ ਵੀ ਬੜਾ ਵਿਦਵਾਨ ਆਦਮੀ ਹੈ, ਪਰ ਨਾਲ ਹੀ ਨਾਲ ਉਹਨਾਂ ਨੇ ਮੱਥੇ ਤੇ ਵੱਟ ਪਾ ਕੇ ਇੰਨੀ ਕੁ ਗੱਲ ਵੀ ਆਖੀ ਹੈ ਕਿ ਇਹਨਾਂ ਕੁਰਾਨ ਦਾ ਜਾਣਕਾਰ ਹੈ, ਵਿਦਵਾਨ ਹੈ ਤੇ ਅਜੇ ਤੱਕ ਨੰਦ ਲਾਲ ਹੈ। ਭਾਵ ਇਹੋ ਜਿਹਾ ਇਨਸਾਨ ਤਾਂ ਇਸਲਾਮ ਦੇ ਵਿੱਚ ਆਉਣਾ ਚਾਹੀਦਾ ਹੈ। ਤੇ ਮੈਨੂੰ ਲੱਗਦਾ ਹੋ ਸਕਦਾ ਹੈ ਕਿਸੇ ਦਿਨ ਉਹਨਾਂ ਦੇ ਮਨ 'ਚ ਖਿਆਲ ਆਇਆ ਤੇ ਤੁਹਾਡੇ ਤੇ ਸਖਤੀ ਕਰਨਗੇ, ਤੁਹਾਡੇ ਵਾਸਤੇ ਘੜੀ ਬੜੀ ਔਖੀ ਬਣ ਜਾਏਗੀ, ਇਸ ਕਰਕੇ ਮੈਂ ਚਾਹੁੰਦਾ ਤੁਸੀਂ ਇੱਥੋਂ ਸੁਰੱਖਿਅਤ ਚਲੇ ਜਾਓ। ਭਾਈ ਜੀ ਮੁਸਕਰਾਏ, ਕਹਿਣ ਲੱਗੇ, ਸ਼ਹਿਜ਼ਾਦੇ, ਤੂੰ ਮੇਰਾ ਸਿਖਿਆਰਥੀ ਹੈ, ਮੇਰੇ ਕੋਲੋਂ ਤੂੰ ਸਿੱਖਦਾ ਹੈ, ਮੈਂ ਤੇਰਾ ਉਸਤਾਦ ਹਾਂ। ਜਿਸ ਨੇ ਇਹ ਗੱਲ ਆਖੀ ਉਹ ਤਖਤ ਤੇ ਤਾਜ ਦਾ ਮਾਲਕ ਹੈ, ਉਹਦੀ ਹਕੂਮਤ ਹੈ ਇਸ ਵੇਲੇ, ਉਹ ਬਾਦਸ਼ਾਹ ਹੈ ਤੇ ਤੇਰਾ ਅੱਬਾ ਹੈ, ਤੇਰਾ ਬਾਪ ਹੈ। ਇੱਕ ਗੱਲ ਦੱਸ, ਤੂੰ ਆਪਣੇ ਅੱਬਾ ਦੀ ਇਹ ਗੱਲ ਸੁਣ ਕੇ ਮੈਨੂੰ ਦੱਸੀ ਹੈ ਤੇ ਮੈਨੂੰ ਇੱਥੋਂ ਸੁਰੱਖਿਅਤ
ਜਾਣ ਵਾਸਤੇ ਕਹਿ ਰਿਹਾ ਕਿ ਤੈਨੂੰ ਇਸ ਵੇਲੇ ਆਪਣੇ ਅੱਬਾ ਦੀ, ਆਪਣੇ ਬਾਪ ਦੀ ਗੱਲ ਦਾ, ਆਪਣੇ ਬਾਪ ਦਾ ਸਾਥ ਨਹੀਂ ਦੇਣਾ ਚਾਹੀਦਾ। ਸ਼ਹਿਜ਼ਾਦਾ ਮੁਅੱਜ਼ਮ ਨੇ ਬੜੀ ਪਿਆਰੀ ਗੱਲ ਆਖੀ, ਕਹਿਣ ਲੱਗਿਆ ਜੀ ਉਹ ਮੇਰਾ ਬਾਪ ਹੈ, ਮੇਰਾ ਉਸ ਨਾਲ ਖੂਨ ਦਾ ਰਿਸ਼ਤਾ ਹੈ, ਉਹ ਬਾਦਸ਼ਾਹ ਹੈ, ਮੈਂ ਉਹਦੀ ਪਰਜਾ ਹਾਂ, ਮੇਰੇ ਉਸ ਨਾਲ ਐਸੇ ਬੜੇ ਵੱਡੇ ਸਬੰਧ ਨੇ, ਉਸਨੇ ਮੈਨੂੰ ਜਨਮ ਦਿੱਤਾ ਹੈ ਤੇ ਬੋਲਣਾ ਸਿਖਾਇਆ ਹੈ। ਪਰ ਉਸਤਾਦ ਜੀ, ਜੋ ਮੇਰੇ ਮਾਂ-ਬਾਪ ਨੇ ਮੈਨੂੰ ਬੋਲਣਾ ਸਿਖਾਇਆ ਹੈ, ਉਸ ਬੋਲੀ ਦੇ ਅਰਥ ਤੁਸੀਂ ਮੈਨੂੰ ਸਮਝਾਏ ਨੇ, ਤੁਸੀਂ ਮੇਰੇ ਗਿਆਨ ਦਾਤੇ ਹੋ, ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਖੂਨ ਦੇ ਰਿਸ਼ਤੇ ਦੇ ਸਾਹਮਣੇ ਮੇਰਾ ਗਿਆਨ ਦਾਤਾ ਨੀਵਾਂ ਪੈ ਜਾਏ, ਮੇਰੇ ਉਸਤਾਦ ਦੀ ਹੱਤਕ ਹੋਵੇ, ਮੇਰੇ ਉਸਤਾਦ ਦਾ ਨੁਕਸਾਨ ਹੋਵੇ। ਤੁਸੀਂ ਮੈਨੂੰ ਇੰਨਾ ਕੁਝ ਸਿਖਾਇਆ ਤੇ ਮੇਰਾ ਫਰਜ਼ ਬਣਦਾ ਹੈ ਮੈਂ ਤੁਹਾਡਾ ਅਦਬ ਰੱਖਦਿਆਂ ਹੋਇਆਂ, ਤੁਹਾਡਾ ਸਤਿਕਾਰ ਕਰਦਿਆਂ ਹੋਇਆਂ ਤੁਹਾਨੂੰ ਚੰਗੀ ਤੇ ਨੇਕ ਸਲਾਹ ਦਿਆਂ, ਕੋਈ ਮੁਸ਼ਕਲ ਆਉਂਦੀ ਵੇਖ ਕੇ ਮੈਂ ਤੁਹਾਡਾ ਸਾਥ ਦਿਆਂ। ਇਸ ਕਰਕੇ ਮੇਰੀ ਇਹ ਬੇਨਤੀ ਗੁਜ਼ਾਰਿਸ਼ ਹੈ, ਤੁਸੀਂ ਇੱਥੋਂ ਚਲੇ ਜਾਓ। ਉਸਤਾਦ ਦਾ ਇੰਨਾ ਅਦਬ ਇੱਕ ਸਿਖਿਆਰਥੀ ਦੇ ਜੀਵਨ ਵਿੱਚ ਹੋਵੇ। ਭਾਈ ਨੰਦ ਲਾਲ ਸਾਹਿਬ ਦਸਮ ਪਾਤਸ਼ਾਹ ਜੀ ਦੇ ਕੋਲ ਆ ਗਏ ਸਨ ਅਨੰਦਪੁਰ ਸਾਹਿਬ ਵਿਖੇ, ਔਰ ਦਸਮ ਪਾਤਸ਼ਾਹ ਦਾ ਜੀਵਨ ਪੜ੍ਹਦਿਆਂ ਹਜ਼ੂਰ ਆਪਣੇ ਕੋਲ ਬੜੇ ਉੱਚ ਕੋਟੀ ਦੇ ਕਵੀ ਰੱਖਦੇ ਸਨ, ਵਿਦਵਾਨ ਰੱਖਦੇ ਸਨ, ਜਿਨ੍ਹਾਂ ਦਾ ਸਤਿਗੁਰੂ ਪਾਤਸ਼ਾਹ ਪੂਰਾ ਸਤਿਕਾਰ ਤੇ ਕਦਰ ਕਰਦੇ ਸਨ, ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਦੇ। ਹੁਣ ਕੋਈ ਪੁੱਛੇਗਾ ਵੀ ਮਹਾਰਾਜ ਨੇ ਉਹਨਾਂ ਵਿਦਵਾਨਾਂ ਨੂੰ, ਉਹਨਾਂ ਸਾਹਿਤਕਾਰਾਂ ਨੂੰ, ਉਹਨਾਂ ਪੜ੍ਹੇ ਲਿਖੇ ਆਲਮ ਲੋਕਾਂ ਨੂੰ, ਹੁਨਰਮੰਦ ਬੰਦਿਆਂ ਨੂੰ ਆਪਣੇ ਕੋਲ ਕਿਉਂ ਰੱਖਿਆ? ਕਿਉਂਕਿ ਸਤਿਗੁਰੂ ਜਾਣਦੇ ਸਨ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਤੇ ਚੰਗੇ ਸਮਾਜ ਦੇ ਵਿਕਾਸ ਵਾਸਤੇ ਬੜੀ ਜ਼ਰੂਰੀ ਗੱਲ ਹੈ ਵੀ ਉਥੋਂ ਦੇ ਹੁਨਰਮੰਦ ਲੋਕਾਂ ਦਾ ਅਦਬ ਹੋਵੇ, ਉਹਨਾਂ ਦੀਆਂ ਲੋੜਾਂ ਪੂਰੀਆਂ ਹੋਣ। ਜੇ ਸਮਾਜ ਵਿੱਚ ਹੁਨਰਮੰਦ ਲੋਕ ਰੁਲ ਜਾਣਗੇ, ਪੜ੍ਹੇ ਲਿਖੇ ਵਿਦਵਾਨ ਲੋਕਾਂ ਦੀ ਹਾਨੀ ਹੋਵੇਗੀ, ਉਹ ਬੇਪਤ ਹੋਏ ਫਿਰਨਗੇ, ਰੋਟੀ ਦੇ ਮੁਤਾਜ ਹੋਣਗੇ। ਸੁਭਾਵਕ ਹੈ ਉਸ ਸਮਾਜ ਦੇ ਲੋਕ ਜਿਹੜੇ ਨੇ, ਅਗਲੀ ਪੀੜ੍ਹੀ ਜਿਹੜੀ ਹੈ, ਕੋਈ ਵੀ ਹੁਨਰ ਸਿੱਖਣ ਵਾਸਤੇ, ਕੋਈ ਵੀ ਕੋਈ ਕਲਾ ਸਿੱਖਣ ਵਾਸਤੇ, ਕੋਈ ਵੀ ਕੋਈ ਬੌਧਿਕ ਪੱਧਰ ਉੱਤੇ ਗਿਆਨੀ ਬਣਨ ਵਾਸਤੇ ਅੱਗੇ ਨਹੀਂ ਆਏਗਾ। ਤਾਂ ਸਮਾਜ ਨੂੰ ਹੁਨਰਮੰਦ ਲੋਕ, ਕਿਸੇ ਵੀ ਜਗ੍ਹਾ ਦੇ ਰਹਿਣ ਵਾਲੇ ਕਲਾਵਾਨ ਲੋਕ, ਗਿਆਨੀ ਲੋਕ, ਵਿਦਵਾਨ ਲੋਕ ਬਹੁਤ ਕੁਝ ਦੇ ਸਕਦੇ ਨੇ ਜੇ ਉਹਨਾਂ ਦੇ ਕੋਲ ਕੁਝ ਹੋਵੇ, ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ, ਉਹਨਾਂ ਦੀ ਗਿਆਨ ਦੇ ਪੱਧਰ ਦੇ ਮੁਤਾਬਕ ਸਤਿਕਾਰ ਕੀਤਾ ਜਾਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਮਨਸ਼ਾ ਰਿਹਾ ਹੈ। ਹਜ਼ੂਰ ਨੇ ਆਪਣੇ ਜੀਵਨ ਅੰਦਰ ਭਵਨ ਨਿਰਮਾਣ ਕਲਾ ਦੀ, ਖੇਤੀ ਕਰਨ ਦੀ, ਜੰਗੀ ਹੁਨਰ, ਵਪਾਰ ਕਰਨੇ, ਨਵੇਂ ਨਗਰ ਵਸਾਉਣੇ, ਸੰਸਾਰਿਕ ਵਿੱਦਿਆ ਆਦਿ ਬਹੁਤ ਕੁਝ ਸਿੱਖ ਜਗਤ ਨੂੰ, ਸਮਾਜ ਨੂੰ ਬਖਸ਼ਿਸ਼ ਕੀਤਾ ਹੈ। ਭਾਵੇਂ ਕੁਝ ਚੀਜ਼ਾਂ ਡਾਵਾਂਡੋਲ ਮਾਹੌਲ ਦਾ ਕਰਕੇ ਬਾਅਦ ਵਿੱਚ ਪ੍ਰਫੁੱਲਤ ਤਾਂ ਨਹੀਂ ਹੋ ਸਕੀਆਂ, ਪਰ ਹਜ਼ੂਰ ਦੀ ਇਹ ਕੋਸ਼ਿਸ਼ ਜਿਹੜੀ ਹੈ ਪੂਰੀ ਦੀ ਪੂਰੀ ਰਹੀ। ਜਿਸ ਵੇਲੇ ਅਸੀਂ ਸੰਸਾਰਿਕ ਪੱਧਰ ਉੱਤੇ ਐਸੇ ਉਸਤਾਦਾਂ ਦਾ ਜ਼ਿਕਰ ਪੜ੍ਹਦੇ ਹਾਂ, ਇਹ ਜਿਹੜਾ ਮਨੁੱਖ ਦਾ ਜੀਵਨ ਹੈ, ਇਹ ਗੁਣਾਂ ਤੇ ਔਗਣਾਂ ਦਾ ਸੁਮੇਲ ਹੈ। ਇਸ ਵਿੱਚ ਔਗਣ ਸਿੱਖਣ ਵਾਸਤੇ ਕੋਈ ਪਾਠਸ਼ਾਲਾ ਮਨੁੱਖ ਨੇ ਨਹੀਂ ਖੋਲ੍ਹੀ, ਕੋਈ ਕਾਲਜ, ਕੋਈ ਸਕੂਲ, ਕੋਈ ਯੂਨੀਵਰਸਿਟੀ ਨਹੀਂ, ਕੋਈ ਸਿੱਖਿਆ ਦਾ ਅਦਾਰਾ ਨਹੀਂ ਜਿੱਥੇ ਔਗਣ ਸਿਖਾਏ ਜਾਂਦੇ ਹੋਣ। ਔਗਣ ਸੁਭਾਵਕ ਹੀ ਮਨੁੱਖ ਸਿੱਖ ਜਾਂਦਾ ਹੈ, ਪਰ ਗੁਣ ਸਿੱਖਣ ਵਾਸਤੇ ਤਰੱਦਦ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਯਤਨ ਕਰਨਾ ਪੈਂਦਾ ਹੈ। ਇਸ ਵਾਸਤੇ ਦੁਨੀਆ ਦੇ ਹੁਨਰ ਸਿਖਾਉਣ ਵਾਸਤੇ, ਕੋਈ ਗੁਣ ਸਿਖਾਉਣ ਵਾਸਤੇ, ਕੋਈ ਕਲਾ ਸਿਖਾਉਣ ਵਾਸਤੇ ਅਦਾਰੇ ਖੋਲ੍ਹੇ ਹੋਏ ਨੇ। ਗੁਣਾਂ ਤੇ ਔਗਣਾਂ ਦੇ ਇਸ ਚੱਲ ਰਹੇ ਚੱਕਰ ਦੇ ਵਿੱਚੋਂ ਮਨੁੱਖ ਗੁਣਾਂ ਵਾਲੇ ਪਾਸੇ ਰੁਚਿਤ ਹੋਏ, ਇਸ ਕਰਕੇ ਸਿਆਣੇ ਉਸਤਾਦਾਂ ਦੀ ਜ਼ਰੂਰਤ ਪੈਂਦੀ ਹੈ। ਅਕਲ ਇੱਕ ਐਸਾ ਖਜ਼ਾਨਾ ਹੈ, ਵਿਦਵਾਨਾਂ ਨੇ ਕਿਹਾ, ਜਿਹੜਾ ਕੰਗਾਲਾਂ ਨੂੰ ਧਨਵਾਨ ਬਣਾ ਦਿੰਦਾ ਹੈ। ਅਕਲ ਦੀ ਘਾਟ ਹੋਵੇ ਤੇ ਤਖਤ ਤਾਜ ਵੀ ਮਿਲ ਜਾਏ, ਦੁਨੀਆ ਦੀ ਦੌਲਤ ਵੀ ਮਿਲ ਜਾਏ, ਮਨੁੱਖ ਭਿਖਾਰੀ ਤੇ ਕੰਗਾਲ ਬਣ ਜਾਏਗਾ, ਕਿਉਂਕਿ ਉਸ ਨੂੰ ਵਰਤਨ ਦਾ ਸਲੀਕਾ ਤੇ ਗੁਣ ਮਨੁੱਖ ਦੇ ਕੋਲ ਜੇ ਨਾ ਹੋਵੇ ਤਾਂ ਕੀਮਤੀ ਦੌਲਤਾਂ ਵੀ ਮਨੁੱਖ ਦੇ ਹੱਥ ਦੇ ਵਿੱਚ ਸਵਾਹ ਦੀ ਮੁੱਠ ਬਣ ਜਾਂਦੀਆਂ ਨੇ, ਖਾਕ ਹੋ ਜਾਂਦੀਆਂ ਨੇ। ਕਲਾਵਾਨ ਮਨੁੱਖ, ਹੁਨਰਮੰਦ ਆਦਮੀ, ਅਕਲ ਵਾਲਾ ਮਨੁੱਖ ਮਿੱਟੀ ਵਿੱਚੋਂ ਵੀ ਸੋਨਾ ਪੈਦਾ ਕਰ ਲੈਣ ਦੀ ਜੁਗਤ ਜਾਣਦਾ ਹੈ। ਕਹਿਣ ਤੋਂ ਭਾਵ ਉਹ ਨਾ ਮਾਤਰ ਨੂੰ ਵੀ ਕੀਮਤੀ ਬਣਾ ਲੈਣ ਦੀ ਤਾਕਤ ਰੱਖਦਾ ਹੈ, ਤੇ ਅਕਲ ਤੋਂ ਹੀਣਾ ਮਨੁੱਖ, ਗਿਆਨ ਤੋਂ ਸਖਣਾ ਮਨੁੱਖ ਕੀਮਤੀ ਵਸਤੂਆਂ ਨੂੰ ਵੀ ਖਾਕ ਬਣਾ ਦਿੰਦਾ ਹੈ, ਉਹਨਾਂ ਦੀ ਵੀ ਉਹ ਬੇਕਦਰੀ ਕਰ ਦਿੰਦਾ ਹੈ। ਇਸ ਵਾਸਤੇ ਮਨੁੱਖ ਨੂੰ ਜੀਵਨ ਦੇ ਅੰਦਰ ਇਹ ਸਾਰਾ ਕੁਝ ਸਿੱਖਣ ਲਈ ਸਿਆਣੇ ਉਸਤਾਦ ਦੀ, ਸਿਆਣੇ ਅਧਿਆਪਕ ਦੀ ਲੋੜ ਪੈਂਦੀ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਅੰਦਰ, ਕਿਉਂਕਿ ਉਹਨਾਂ ਸਮਿਆਂ ਦੇ ਅੰਦਰ ਵਿਦਿਆ ਸਿਖਾਉਣ, ਗਿਆਨ ਦੇ ਕੇਂਦਰ ਜਿਹੜੇ ਸਨ ਉਹ ਧਾਰਮਿਕ ਅਸਥਾਨ ਹੀ ਬਹੁਤੇ ਹੋਇਆ ਕਰਦੇ ਸਨ। ਪੜ੍ਹੇ ਲਿਖੇ ਸੰਸਕ੍ਰਿਤ, ਹਿੰਦੀ, ਬ੍ਰਜ ਇਤਿਆਦਿਕ ਹੋਰ ਭਾਸ਼ਾਵਾਂ ਦੇ ਲਈ ਪਾਠਸ਼ਾਲਾਵਾਂ ਹੁੰਦੀਆਂ ਸਨ। ਗੁਰੂ ਪਾਤਸ਼ਾਹ ਜੀ ਦੇ ਵਕਤ ਹੀ ਮਦਰਸੇ ਹੁੰਦੇ ਸਨ, ਜਿੱਥੇ ਉਰਦੂ, ਅਰਬੀ, ਫਾਰਸੀ ਔਰ ਕੁਰਾਨ ਤੇ ਇਤਿਆਦਿਕ ਹੋਰ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਸਨ, ਗਣਿਤ ਸਿਖਾਏ ਜਾਂਦੇ ਸਨ। ਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਸੇਧ ਉਸ ਵਕਤ ਦੇ ਲੋਕਾਂ ਨੂੰ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਓਂਕਾਰ ਬਾਣੀ ਦੇ ਅੰਦਰ ਬੜਾ ਸੁੰਦਰ ਪ੍ਰਮਾਣ ਦਿੰਦਿਆਂ ਹੋਇਆਂ ਆਖਦੇ ਨੇ
ਪਾਂਧਾ ਪੜਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਏ। ਅਸਲ ਉਸਤਾਦ ਉਹ ਹੈ ਜਿਹੜਾ ਆਪਣੇ ਪੇਸ਼ੇ ਨਾਲ ਨਿਆਂ ਕਰਦਾ ਹੈ। ਜਿਹੜਾ ਆਪਣੇ ਪੇਸ਼ੇ ਨਾਲ ਨਿਆਂ ਨਹੀਂ ਕਰਦਾ ਉਹ ਸਿਆਣਾ ਉਸਤਾਦ ਨਹੀਂ ਮੰਨਿਆ ਜਾ ਸਕਦਾ। ਇਸ ਵਾਸਤੇ ਹਜ਼ੂਰ ਨੇ ਆਖਿਆ ਪਾਂਧਾ, ਪਾਂਧੇ ਦਾ ਅਰਥ ਹੁੰਦਾ ਹੈ ਉਸਤਾਦ, ਪੜਿਆ ਵਿਦਵਾਨ। ਅਸਲ ਉਸਤਾਦ, ਅਸਲ ਵਿਦਵਾਨ ਉਹ ਹੈ ਜਿਹੜਾ ਵਿਦਿਆ ਦਾ ਵਿਚਾਰਵਾਨ ਹੈ ਤੇ ਸਹਿਜ ਸੁਭਾਅ, ਸ਼ਾਂਤੀ, ਧੀਰਜ ਤੇ ਟਿਕਾ ਵਰਗੇ ਗੁਣ ਆਪਣੇ ਜੀਵਨ ਵਿੱਚ ਲੈ ਕੇ ਆਉਂਦਾ ਹੈ। ਵਿਦਿਆ ਸੁਧ ਹੈ, ਤਤ ਲਹੈ, ਜਿਹੜਾ ਗਿਆਨ ਦੀ ਵਿਚਾਰ ਦੇ ਰਾਹੀਂ ਆਪਣੇ ਆਪ ਨੂੰ ਵੀ ਸਵਾਰਦਾ ਹੈ। ਇਹ ਨਹੀਂ ਵੀ ਇਕੱਲਾ ਦੂਜਿਆਂ ਨੂੰ ਕਹਿੰਦਾ, ਦੂਜਿਆਂ ਨੂੰ ਸਿਖਾਉਂਦਾ, ਆਪ ਕੁਝ ਨਹੀਂ ਸਿੱਖਦਾ, ਜਿਹੜਾ ਉਸ ਗਿਆਨ ਦਾ ਪ੍ਰਭਾਵ ਆਪ ਵੀ ਕਬੂਲ ਕਰਦਾ ਹੈ। ਤਤ ਲਹੈ, ਜਿਹੜਾ ਉਸ ਦਾ ਤਤ ਗ੍ਰਹਿਣ ਕਰਦਾ ਹੈ, ਭਾਵ ਆਪਣਾ ਜੀਵਨ ਉੱਚਾ ਬਣਾਉਂਦਾ ਹੈ। ਰਾਮ ਨਾਮ ਲਿਵ ਲਾਏ, ਸਰਵ ਵਿਆਪਕ ਅਕਾਲ ਪੁਰਖ ਨਾਲ ਆਪਣੀ ਸੁਰਤ ਜੋੜਦਾ ਹੈ, ਭਾਵ ਸਾਰਿਆਂ ਨੂੰ ਸਮਾਨ ਜਾਣਦਾ ਹੈ, ਸਾਰਿਆਂ ਨੂੰ ਰੱਬ ਦੇ ਬੰਦੇ ਸਮਝਦਾ ਹੈ। ਮਨਮੁਖ ਵਿਦਿਆ ਵਿਕਰਦਾ, ਬਿਖ ਖੱਟੇ ਬਿਖ ਖਾਏ। ਪਰ ਜਿਹੜਾ ਮਨਮੁਖ ਹੈ ਉਹ ਭਾਵੇਂ ਦਿਮਾਗੀ ਪੱਧਰ ਉਤੇ ਜਾਣਕਾਰੀ ਤੇ ਬਹੁਤ ਰੱਖਦਾ ਹੈ, ਦੂਜਿਆਂ ਨੂੰ ਸਿਖਾਉਂਦਾ ਹੈ, ਦੂਜਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਕੇਵਲ ਵਿਦਿਆ ਵੇਚਦਾ ਹੈ, ਉਹ ਕੇਵਲ ਗਿਆਨ ਦਾ ਰੋਟੀ ਨਾਲ ਸੌਦਾ ਕਰਦਾ ਹੈ, ਕਿਉਂਕਿ ਉਹ ਆਪ ਆਪਣੇ ਜੀਵਨ ਅੰਦਰ ਕੋਈ ਗੁਣ ਧਾਰਨ ਨਹੀਂ ਕਰਦਾ, ਦੂਜਿਆਂ ਨੂੰ ਸਿਖਾਉਣ ਉੱਤੇ ਜ਼ੋਰ ਦਿੰਦਾ ਹੈ ਤੇ ਸਿਖਾਉਂਦਾ ਉਹ ਕਿਸ ਵਾਸਤੇ? ਕੇਵਲ ਪੇਟ ਪੂਰਤੀ ਵਾਸਤੇ। ਐਸਾ ਇਨਸਾਨ ਉਸ ਗਿਆਨ ਨੂੰ ਆਪਣੇ ਜੀਵਨ ਅੰਦਰ ਨਾ ਕਮਾ ਕੇ, ਆਪਣਾ ਜੀਵਨ ਚੰਗਾ ਨਾ ਬਣਾ ਕੇ, ਕੇਵਲ ਗੱਲਾਂ ਕਰਦਿਆਂ ਹੋਇਆਂ, ਕੇਵਲ ਲੋਕਾਂ ਨੂੰ ਦੱਸਦਿਆਂ ਹੋਇਆਂ ਹੀ ਆਪ ਵੀ ਵਿਕਾਰ ਔਗਣ ਹੀ ਇਕੱਠੇ ਕਰਦਾ ਰਹਿੰਦਾ ਜੀਵਨ ਅੰਦਰ ਤੇ ਦੂਸਰਿਆਂ ਨੂੰ ਵੀ ਔਗਣਾਂ ਦੀ ਦਾਤ ਹੀ ਦਿੰਦਾ ਰਹਿੰਦਾ, ਕਿਉਂਕਿ ਉਹਦੇ ਜੀਵਨ ਦਾ ਕੋਈ ਸੁਚੱਜਾ ਪ੍ਰਭਾਵ ਕਿਸੇ ਉੱਪਰ ਨਹੀਂ ਪੈ ਸਕਦਾ। ਜਿਹੜਾ ਉਸਤਾਦ ਆਪ ਗੱਲ-ਗੱਲ ਉੱਪਰ ਝੂਠ ਬੋਲੇਗਾ, ਉਸ ਕੋਲੋਂ ਸਿੱਖਣ ਵਾਲਾ ਕਿੰਨਾ ਕੁ ਸੁਚਿਆਰਾ ਹੋ ਸਕਦਾ ਹੈ, ਉਸ ਦੀ ਪੜ੍ਹਾਈ ਹੋਈ ਗੱਲ ਤੇ ਕਿੰਨਾ ਕੁ ਕੋਈ ਅਮਲ ਕਰ ਸਕਦਾ ਹੈ। ਇਸ ਵਾਸਤੇ ਮਹਾਰਾਜ ਨੇ ਕਿਹਾ, ਪਾਂਧਾ ਗੁਰਮੁਖ ਆਖੀਐ ਚਾਟੜਿਆਂ ਮਤ ਦੇ। ਉਸ ਪਾਂਧੇ ਨੂੰ, ਉਸ ਉਸਤਾਦ ਨੂੰ ਗੁਰਮੁਖ ਕਹਿਣਾ ਚਾਹੀਦਾ ਹੈ, ਨੇਕ ਆਖਣਾ ਚਾਹੀਦਾ ਹੈ, ਜਿਹੜਾ ਆਪਣੇ ਸਿਖਿਆਰਥੀਆਂ ਨੂੰ, ਆਪਣੇ ਵਿਦਿਆਰਥੀਆਂ ਨੂੰ, ਆਪਣੇ ਚਾਟੜਿਆਂ ਨੂੰ ਸੁਚੱਜੀ ਮੱਤ ਦਿੰਦਾ ਹੈ। ਨਾਮ ਸੰਭਾਲੋ ਨਾਮ ਸੰਗਰੋ ਲਾਹਾ ਜਗ ਮੈਲੇ, ਜਿਹੜਾ ਇਹ ਸਿੱਖਿਆ ਦਿੰਦਾ ਹੈ, ਭਾਈ ਸੁਚੱਜਾ ਕਿਰਦਾਰ ਬਣਾਓ, ਸੁਚੱਜਾ ਕਿਰਦਾਰ ਇਕੱਠਾ ਕਰੋ, ਸੁਚੱਜੇ ਗੁਣ ਇਕੱਠੇ ਕਰੋ, ਰੱਬੀ ਯਾਦ ਵਿੱਚ ਜੁੜੋ। ਇਹ ਲਾਹਾ ਇਸ ਜੀਵਨ ਦਾ ਹੈ, ਜਿਹੜਾ ਇਹ ਲਾਹਾ ਆਪ ਵੀ ਖੱਟਦਾ ਹੈ, ਦੂਸਰਿਆਂ ਨੂੰ ਵੀ ਇਹ ਲਾਹਾ ਖੱਟਣ ਦੀ ਪ੍ਰੇਰਣਾ ਕਰਦਾ ਹੈ। ਇਥੋਂ ਤੱਕ ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ ਹੈ, ਤੁਧ ਸਿਰ ਲਿਖਿਆ ਸੋ ਪੜ ਪੰਡਿਤ। ਪੰਡਿਤ ਦਾ ਅਰਥ ਹੈ ਹੇ ਗੁਣੀ, ਹੇ ਵਿਦਵਾਨ ਆਦਮੀ, ਜੋ ਤੇਰੇ ਸਿਰ ਲਿਖਿਆ, ਭਾਵ ਜਿਹੜੀ ਤੂੰ ਆਪਣੀ ਮਾਇਆ ਵਾਲੀ ਸੋਚ ਬਣਾ ਰੱਖੀ ਏ, ਜਿਹੜੀ ਤੂੰ ਕੇਵਲ ਆਪਣੀ ਠੱਗੀਆਂ ਠੋਰੀਆਂ ਵਾਲੀ ਸੋਚ ਬਣਾ ਰੱਖੀ ਏ, ਇਸ ਨੂੰ, ਇਸ ਲਿਖੇ ਨੂੰ ਵੀ ਪੜ੍ਹਨ ਦੀ ਕੋਸ਼ਿਸ਼ ਕਰ। ਤੂੰ ਗ੍ਰੰਥ ਪੜ੍ਹਦਾ ਹੈ, ਤੂੰ ਕਿਤਾਬਾਂ ਪੜ੍ਹਦਾ ਹੈ, ਤੂੰ ਸੰਸਾਰੀ ਅੱਖਰ ਪੜ੍ਹਦਾ ਹੈ, ਤੂੰ ਗਿਆਨ ਦੀਆਂ ਗੱਲਾਂ ਪੜ੍ਹਦਾ ਹੈ, ਪਰ ਤੇਰੇ ਆਪਣੇ ਜੀਵਨ ਦੇ ਇਸ ਕਿਰਦਾਰ ਦੇ ਉੱਤੇ ਤੂੰ ਕਿਹੋ ਜਿਹੇ ਲੇਖੇ ਲਿਖ ਲਏ ਨੇ, ਭਾਵ ਜੀਵਨ ਦੀ ਕਿਹੋ ਜਿਹੀ ਬਣਤਰ ਬਣਾ ਲਈ, ਕਿਹੋ ਜਿਹੇ ਤੂੰ ਸੁਭਾਅ ਹੰਢਾ ਰਿਹਾ ਹੈ, ਤੇਰਾ ਕਿਰਦਾਰ ਆਪਣਾ ਕਿਵੇਂ ਦਾ ਘੜਿਆ ਗਿਆ, ਇਸ ਨੂੰ ਵੀ ਪੜ੍ਹਨ ਦੀ ਕੋਸ਼ਿਸ਼ ਕਰ। ਤੁਧ ਸਿਰ ਲਿਖਿਆ ਸੋ ਪੜ੍ਹ ਪੰਡਤ, ਅਵਰਾਂ ਨੂੰ ਨਾ ਸਿਖਾਲ ਵਿਖਿਆ। ਜੇ ਤੈਨੂੰ ਪੜ੍ਹਨਾ ਆ ਜਾਏ ਤੇ ਤੂੰ ਜ਼ਹਿਰ ਭਰੀ ਵਿਦਿਆ ਦੂਸਰਿਆਂ ਨੂੰ ਨਹੀਂ ਸਿਖਾਏਗਾ, ਭਾਵ ਤੂੰ ਫਿਰ ਦੂਸਰਿਆਂ ਨੂੰ ਔਗਣ ਨਹੀਂ ਵੰਡੇਗਾ। ਪਰ ਯਾਦ ਰੱਖੀ, ਪਹਿਲਾਂ ਫਾਹਾ ਪਾਇਆ ਪਾਂਧੇ ਪਿੱਛੋਂ ਦੇ ਗਲ ਚਾਟੜਿਆ। ਜਿਸ ਉਸਤਾਦ ਦੇ ਆਪਣੇ ਗਲ ਮਾੜੇ ਕਿਰਦਾਰ ਦੀ ਫਾਈ ਪਈ ਹੋਈ ਏ, ਉਹ ਮਗਰੋਂ ਆਪਣੇ ਚਾਟੜਿਆਂ ਦੇ, ਆਪਣੇ ਸਿਖਿਆਰਥੀਆਂ ਦੇ ਗਲ ਵੀ ਉਹੀ ਔਗਣ ਬੰਨ੍ਹ ਕੇ ਉਹਨਾਂ ਨੂੰ ਦੇ ਦਿੰਦਾ ਹੈ, ਉਹੀ ਪੂੰਜੀ ਅੱਗੇ ਵੰਡ ਦਿੰਦਾ ਹੈ। ਭਾਵ ਗਿਆਨ ਦੀ ਵਿਚਾਰ ਦੇ ਨਾਲ, ਪੜ੍ਹਾਈ ਦੇ ਨਾਲ, ਚੰਗੇ ਕਿਰਦਾਰ ਦਾ ਔਰ ਆਪਣੇ ਫਰਜ਼ਾਂ ਦੀ ਪੂਰਤੀ ਦੇ ਸੁਭਾਅ ਦਾ ਹੋਣਾ ਬੜਾ ਜ਼ਰੂਰੀ ਹੈ। ਇਸੇ ਵਾਸਤੇ ਅਸੀਂ ਪੜ੍ਹਦੇ ਹਾਂ ਮਿੱਥ ਦੇ ਉਹ ਹਵਾਲੇ ਜੋ ਸਤਿਗੁਰੂ ਨੇ ਪਾਵਨ ਬਾਣੀ ਦੇ ਅੰਦਰ ਦਿੱਤੇ ਨੇ। ਪ੍ਰਹਿਲਾਦ ਦਾ ਜ਼ਿਕਰ ਉਦਾਹਰਣਾ ਸਹਿਤ ਸਤਿਗੁਰੂ ਨੇ ਬਾਣੀ 'ਚ ਕੀਤਾ ਹੈ। ਇਹ ਇੱਕ ਪੁਰਾਤਨ ਉਦਾਹਰਣ ਹੈ ਪੌਰਾਣਿਕ ਕਥਾ ਦੀ, ਜਿਸ ਵਿੱਚ ਜ਼ਿਕਰ ਹੈ ਹਰਨਾਕਸ਼ ਨੇ, ਜਿਹੜਾ ਕਿ ਸਿਰੇ ਦਾ ਅਹੰਕਾਰੀ ਸੀ, ਜ਼ਾਲਮ ਸੀ, ਔਰ ਉਸ ਦੀ ਹਉਮੈ ਠੱਲੀ ਨਾ ਰਹੀ, ਉਸਨੇ ਆਪਣੇ ਆਪ ਨੂੰ ਹੀ ਰੱਬ ਘੋਸ਼ਿਤ ਕਰ ਦਿੱਤਾ। ਜਿਵੇਂ ਸਮੇਂ ਦਾ ਹਰ ਤਾਨਾਸ਼ਾਹ ਚਾਹੁੰਦਾ ਹੈ ਵੀ ਵਿਦਿਆ, ਗਿਆਨ, ਹੁਨਰ ਵੀ ਉਹਦੇ ਮੁਤਾਬਕ ਹੀ ਢਾਲ ਕੇ ਪੜ੍ਹਾਇਆ ਜਾਏ, ਲੋਕਾਂ ਦੇ ਬ੍ਰੇਨ, ਲੋਕਾਂ ਦੇ ਦਿਮਾਗ ਜਿਹੜੇ ਨੇ ਉਹਨਾਂ ਨੂੰ ਕੰਟਰੋਲ ਵਿੱਚ ਕਰਨ ਵਾਸਤੇ ਜਿਹੜੀਆਂ ਸਿੱਖਿਆ ਨੀਤੀਆਂ ਹੁੰਦੀਆਂ ਨੇ, ਜਿਹੜੀ ਵਿਦਿਆ ਹੁੰਦੀ, ਜਿਹੜਾ ਗਿਆਨ ਹੁੰਦਾ ਹੈ, ਉਹ ਵੀ ਸਮੇਂ ਦੇ ਤਾਨਾਸ਼ਾਹੀ ਸਰਕਾਰਾਂ ਜਾਂ ਤਾਨਾਸ਼ਾਹ ਲੋਕ ਜਿਹੜੇ ਨੇ ਉਹ ਆਪਣੇ ਸੱਚੇ ਵਿੱਚ ਢਾਲਦੇ ਨੇ। ਤੁਸੀਂ ਦੇਖਦੇ ਹੋ ਅੱਜ ਕੱਲ੍ਹ ਜਿਵੇਂ ਕਈ ਜਗ੍ਹਾ ਦੇ ਉੱਤੇ ਬੜੀ ਘੁਣਤਰਬਾਜ਼ ਕਿਸਮ ਦੇ, ਚਲਾਕ ਕਿਸਮ ਦੇ ਸਰਕਾਰੀ ਔਰ ਗਲਤ ਸਿਸਟਮ ਨੂੰ ਪ੍ਰਮੋਟ ਕਰਨ ਵਾਲੇ ਬੰਦੇ ਜਿਹੜੇ ਨੇ, ਉਹ ਸਰਕਾਰੀ ਸਿਸਟਮ ਦੇ ਵਿੱਚ ਜਿਸ ਵੇਲੇ ਫਿੱਟ ਹੁੰਦੇ ਨੇ
ਤਾਂ ਕਿਵੇਂ ਬਹੁ ਗਿਣਤੀ ਦੇ ਹਿਸਾਬ ਦੇ ਨਾਲ ਇਤਿਹਾਸ ਦੀਆਂ ਕਿਤਾਬਾਂ ਬਦਲੀਆਂ ਜਾਂਦੀਆਂ ਨੇ। ਬਹੁ ਗਿਣਤੀ ਦੀ ਵਿੱਦਿਆ ਜਿਹੜੀ ਉਹ ਘੱਟ ਗਿਣਤੀਆਂ ਨੂੰ ਪੜ੍ਹਾਈ ਜਾਂਦੀ ਏ। ਦੂਸਰੀਆਂ ਕੌਮਾਂ ਨੂੰ, ਦੂਸਰੇ ਲੋਕਾਂ ਨੂੰ ਗੁਲਾਮ ਰੱਖਣ ਵਾਸਤੇ ਕਿਵੇਂ ਸਕੂਲਾਂ ਦੇ ਸਿਲੇਬਸ ਦੇ ਅੰਦਰ ਕਈ ਤਰ੍ਹਾਂ ਦੇ ਵਾਧੇ ਘਾਟੇ ਕਰਕੇ ਉਹੋ ਜਿਹੀਆਂ ਗੱਲਾਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਬਹੁ ਗਿਣਤੀ ਨੂੰ ਪ੍ਰਵਾਨ ਚੜ੍ਹਾਉਣ ਵਾਲੀਆਂ ਹੁੰਦੀਆਂ ਨੇ ਤੇ ਆਪਣੇ ਸਿਸਟਮ ਦੀਆਂ ਕਮਜ਼ੋਰੀਆਂ ਨੂੰ ਵੀ ਵਡਿਆਈ ਦੱਸਣ ਵਾਲੀਆਂ ਹੁੰਦੀਆਂ ਨੇ। ਕਾਫੀ ਸਮਾਂ ਹੋਇਆ ਐਸਾ ਵੀ ਕੁਝ ਸੁਣਨ ਵਿੱਚ ਮਿਲਦਾ ਰਿਹਾ। ਗੁਰੂ ਸਾਹਿਬਾਨਾਂ ਦੀ ਮਹਾਨ ਸ਼ਖਸੀਅਤ ਬਾਰੇ ਸਾਡੇ ਸਕੂਲ ਦੇ ਸਿਲੇਬਸਾਂ ਦੇ ਵਿੱਚ ਬੜਾ ਕੁਝ ਐਸਾ ਪੜ੍ਹਾਇਆ ਗਿਆ। ਕਿਉਂ ਪੜ੍ਹਾਇਆ ਗਿਆ, ਇਹਦੇ ਪਿੱਛੇ ਬਹੁਤ ਵੱਡੇ ਕਾਰਨ ਸਨ। ਬਹੁ ਗਿਣਤੀ ਲੋਕ ਸਿਲੇਬਸ ਘੜਦੇ ਨੇ, ਉਹ ਸਿਲੇਬਸ ਨੂੰ ਉਹ ਘੱਟ ਗਿਣਤੀਆਂ ਤੇ ਥੋਪਦੇ ਨੇ ਔਰ ਬੱਚਿਆਂ ਦਾ, ਅਗਲੀ ਪੀੜ੍ਹੀ ਦਾ, ਅਗਲੀਆਂ ਨਸਲਾਂ ਦਾ ਬ੍ਰੇਨ ਵਾਸ਼ ਕਰਨ ਵਾਸਤੇ, ਉਹਨਾਂ ਨੂੰ ਦਿਮਾਗੀ ਤੌਰ ਤੇ, ਮਾਨਸਿਕ ਤੌਰ ਉੱਤੇ ਆਪਣੇ ਸੱਚੇ 'ਚ ਢਾਲੀ ਰੱਖਣ ਵਾਸਤੇ ਉਹ ਐਸੀਆਂ ਵਿੱਦਿਆ ਨੀਤੀਆਂ ਘੜਦੇ ਰਹਿੰਦੇ ਔਰ ਐਸੇ ਸਿਲੇਬਸ ਦਿੰਦੇ ਰਹਿੰਦੇ ਨੇ। ਹਰਨਾਕਸ਼ ਨੇ ਵੀ ਕੁਝ ਐਸਾ ਹੀ ਕੀਤਾ ਹੋਏਗਾ। ਉਸਨੇ ਵੀ ਸਕੂਲਾਂ ਦੇ ਸਿਲੇਬਸ ਵਿੱਚ ਜੋ ਉਸ ਵੇਲੇ ਪਾਠਸ਼ਾਲਾਵਾਂ ਸਨ, ਉੱਥੋਂ ਦੇ ਉਸਤਾਦਾਂ ਦੇ ਰਾਹੀਂ ਬਸ ਆਪਣੀ ਹੀ ਵਿੱਦਿਆ ਥੋਪੀ ਹੋਈ ਹੈ। ਲਿਖਿਆ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ, ਪਿਤਾ ਪ੍ਰਹਿਲਾਦ ਪੜ੍ਹਨ ਪਠਾਇਆ, ਲੈ ਪਾਟੀ ਪਾਂਦੇ ਕਹਿ ਆਇਆ। ਪੱਟੀ ਲੈ ਕੇ ਉਹ ਆਪਣੇ ਉਸਤਾਦ ਕੋਲ, ਜਿਨ੍ਹਾਂ ਦਾ ਨਾਮ ਸਤਿਗੁਰੂ ਨੇ ਬਾਣੀ 'ਚ ਲਿਖਿਆ ਹੈ ਸ਼ੰਡਾ ਤੇ ਅਮਰਕ, ਉਹਨਾਂ ਕੋਲ ਆ ਕੇ ਬੈਠ ਜਾਂਦਾ ਪਰ ਇਨਕਾਰ ਕਰਦਾ ਹੈ, ਜੋ ਤੁਸੀਂ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ ਮੈਂ ਨਹੀਂ ਪੜਾਂਗਾ। ਨਾਮ ਬਿਨਾ ਨਾ ਪੜ੍ਹੋ ਆਚਾਰ, ਮੈਂ ਸੁਚੱਜੀ ਜੀਵਨ ਜੁਗਤ ਤੋਂ ਬਿਨਾ ਹੋਰ ਕੁਝ ਨਹੀਂ ਪੜ੍ਹਨਾ ਚਾਹੁੰਦਾ। ਮੈਂ ਸਚਾਈ ਤੋਂ ਬਿਨਾ ਹੋਰ ਕੁਝ ਨਹੀਂ ਵੇਖਣਾ ਚਾਹੁੰਦਾ, ਹੋਰ ਕੁਝ ਨਹੀਂ ਸਿੱਖਣਾ ਚਾਹੁੰਦਾ। ਮੈਂ ਉੱਚੇ ਆਚਾਰ ਦੀ ਗੱਲ, ਵਿਹਾਰ ਦੀ ਗੱਲ ਪੜ੍ਹਨਾ ਚਾਹੁੰਦਾ। ਮੇਰੀ ਪਟੀਆ ਲਿਖ ਦਿਓ ਗੋਬਿੰਦ ਮੁਰਾਰ, ਮੇਰੀ ਪੱਟੀ ਦੇ ਉੱਤੇ ਅਗਰ ਤੁਸੀਂ ਮੈਨੂੰ ਕੁਝ ਸਿਖਾਉਣ ਵਾਸਤੇ ਲਿਖਣਾ ਚਾਹੁੰਦੇ ਹੋ ਤਾਂ ਉਹ ਸੱਚੀ ਤੇ ਖਰੀ ਰੱਬੀ ਗੱਲ ਲਿਖੋ। ਭਾਵ ਤੁਸੀਂ ਇੱਕ ਇਨਸਾਨ ਨੂੰ, ਰੱਬ, ਇੱਕ ਰਾਜੇ ਨੂੰ ਸਾਰਾ ਕੁਝ ਮੰਨ ਕੇ ਉਹਦੇ ਹਿਸਾਬ ਦੇ ਨਾਲ ਜੋ ਵਿੱਦਿਆ ਨੀਤੀਆਂ ਤੁਸਾਂ ਘੜੀਆਂ ਨੇ, ਇਹ ਮੈਨੂੰ ਪ੍ਰਵਾਨ ਨਹੀਂ। ਸ਼ੰਡਾ ਤੇ ਅਮਰਕ ਨੇ ਜਾ ਕੇ ਪ੍ਰਹਿਲਾਦ ਦੇ ਬਾਪ ਨੂੰ, ਜੋ ਰਾਜਾ ਸੀ, ਹਰਨਾਕਸ਼ ਨੂੰ ਦੱਸਿਆ ਵੀ ਤੁਹਾਡਾ ਆਪਣਾ ਪੁੱਤਰ ਹੀ ਬਗਾਵਤ ਕਰਦਾ ਹੈ, ਮੁਖਾਲਫਤ ਕਰਦਾ ਹੈ, ਵਿਰੋਧ ਕਰਦਾ ਹੈ, ਤਾਂ ਅਸੀਂ ਕਿਵੇਂ ਪੜ੍ਹਾ ਸਕਦੇ ਹਾਂ। ਉਸਤਾਦ ਸਨ ਪਰ ਜਿਹੋ ਜਿਹੇ ਸੱਚੇ 'ਚੋਂ ਆਪ ਢਲੇ ਹੋਏ ਸਨ, ਉਹੋ ਜੀ ਵਿੱਦਿਆ ਹੀ ਉਹ ਅੱਗੇ ਵੰਡ ਰਹੇ ਸਨ। ਜਾ ਕੇ ਹਰਨਾਕਸ਼ ਨੂੰ ਦੱਸਿਆ। ਹਰਨਾਕਸ਼ ਨੇ ਕਿੰਨੇ ਤਸੀਹੇ ਜਿਹੜੇ ਸਨ ਪ੍ਰਹਿਲਾਦ ਨੂੰ ਦਿੱਤੇ। ਇਹ ਪੁਰਾਤਨ ਉਦਾਹਰਣ ਜਿਹੜੀ ਹੈ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਵਰਤੀ। ਔਰ ਇੱਕ ਹੋਰ ਵੀ ਪੁਰਾਤਨ ਮਿੱਥ ਪੁਰਾਣਾ ਦੇ ਵਿੱਚ ਆਉਂਦੀ ਹੈ। ਕੌਰਵਾਂ ਤੇ ਪਾਂਡਵਾਂ ਨੂੰ ਸ਼ਸਤਰ ਵਿੱਦਿਆ ਸਿਖਾਉਣ ਵਾਲੇ ਉਸਤਾਦ ਦਰੋਣਾਚਾਰੀਆ ਨੇ, ਜਿਹੜਾ ਕਿ ਉਹਨਾਂ ਨੂੰ ਸ਼ਸਤਰ ਵਿੱਦਿਆ, ਤੀਰ ਅੰਦਾਜ਼ੀ ਤੇ ਆਦਿਕ ਸਿਖਾਉਂਦਾ ਸੀ। ਔਰ ਕਹਾਣੀ ਦੇ ਮੁਤਾਬਕ ਇੱਕ ਲਵਿਆ, ਜਿਹੜਾ ਕਿ ਮਹਾਨ ਤੀਰ ਅੰਦਾਜ਼ ਹੈ, ਉਸਨੇ ਬੇਨਤੀ ਕੀਤੀ ਜੀ ਮੈਨੂੰ ਕੁਝ ਸਿਖਾਇਆ ਜਾਏ। ਉਸਤਾਦ ਨੇ ਪੁੱਛਿਆ ਤੇਰੀ ਜ਼ਾਤ ਕਿਹੜੀ ਏ? ਕਹਿਣ ਲੱਗਿਆ ਜੀ ਮੈਂ ਤਾਂ ਤੁਹਾਡੇ ਗ੍ਰੰਥਾਂ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਮੈਂ ਤਾਂ ਹੀਣੀ ਜ਼ਾਤ ਵਾਲਾ ਹਾਂ। ਦਰੋਣਾਚਾਰੀਆ ਨੇ ਨਾ ਕਰ ਦਿੱਤੀ। ਕਹਿਣ ਲੱਗਿਆ ਨਹੀਂ, ਮੈਂ ਉੱਚ ਘਰਾਣਿਆਂ ਦੇ ਲੋਕਾਂ ਦਾ, ਬੱਚਿਆਂ ਦਾ ਉਸਤਾਦ ਹਾਂ, ਮੈਂ ਤੈਨੂੰ ਕਿਵੇਂ ਸਿਖਾ ਸਕਦਾ। ਉਹ ਆਪਣੇ ਅਭਿਆਸ ਦੇ ਨਾਲ ਸਿੱਖਦਾ ਰਿਹਾ, ਅਦਬ ਕਰਦਾ ਸੀ ਦਰੋਣਾਚਾਰੀਆ ਦਾ, ਗੁਣੀ ਹੋਣ ਦੇ ਨਾਤੇ, ਵਿਦਵਾਨ ਹੋਣ ਦੇ ਨਾਤੇ, ਉਸਤਾਦ ਹੋਣ ਦੇ ਨਾਤੇ। ਪਰ ਉਸਤਾਦ ਨੇ ਸਿਖਾਉਣ ਤੋਂ ਨਾ ਕਰ ਦਿੱਤੀ। ਜਿਹਦਾ ਪੇਸ਼ਾ ਸੀ ਉਸਨੇ ਭੇਦ ਭਾਵ ਕੀਤਾ। ਆਪਣੇ ਅਭਿਆਸ ਦੇ ਨਾਲ ਇਕਲਵਿਆ ਨੇ ਇੰਨਾ ਕੁਝ ਸਿੱਖ ਲਿਆ, ਜਿਸ ਵੇਲੇ ਦਰੋਣਾਚਾਰੀਆ ਦੇ ਸਾਹਮਣੇ ਕੌਰਵਾਂ ਪਾਂਡਵਾਂ ਦੀ ਸਭਾ ਦੇ ਵਿੱਚ ਉਸਨੇ ਆਪਣੀ ਤੀਰ ਅੰਦਾਜ਼ੀ ਦਾ ਪ੍ਰਗਟਾਵਾ ਕੀਤਾ, ਸਾਰੇ ਹੈਰਾਨ ਰਹਿ ਗਏ। ਦਰੋਣਾਚਾਰੀਆ ਦਾ ਮੱਥਾ ਠਣਕਿਆ। ਮੇਰੇ ਉੱਤੇ ਇਲਜ਼ਾਮ ਲੱਗ ਸਕਦਾ ਹੈ ਵੀ ਜਿਨ੍ਹਾਂ ਨੂੰ ਸਿਖਾਉਣ ਦੀ ਇਜਾਜ਼ਤ ਨਹੀਂ, ਮੈਂ ਉਹਨੂੰ ਵੀ ਸਿਖਾ ਦਿੱਤਾ। ਤੇ ਇਹ ਸਾਰੇ ਦੇਸ਼ ਭਰ ਵਿੱਚ ਹਰ ਜਗ੍ਹਾ ਤੇ ਜਾ ਕੇ ਆਖੇਗਾ ਮੈਂ ਦਰੋਣਾਚਾਰੀਆ ਦਾ ਸ਼ਿਸ਼ ਹਾਂ, ਸੇਵਕ ਹਾਂ, ਸਿਖਿਆਰਥੀ ਹਾਂ, ਤੇ ਇਹ ਗੱਲ ਮੇਰੀ ਬਦਨਾਮੀ ਦੀ ਹੋਏਗੀ। ਕਿਉਂ? ਕਿਉਂਕਿ ਇਕਲਵਿਆ ਕਿਸੇ ਉੱਚੇ ਘਰਾਣੇ ਵਿੱਚ ਨਹੀਂ ਜਨਮਿਆ। ਅਗਰ ਉੱਚੇ ਘਰਾਣੇ ਵਿੱਚ ਜਨਮਿਆ ਹੁੰਦਾ ਤਾਂ ਇਤਰਾਜ਼ ਕੋਈ ਨਹੀਂ ਸੀ। ਇਸ ਵਾਸਤੇ ਦਰੋਣਾਚਾਰੀਆ ਨੇ ਬੜੇ ਠਰਮੇ ਦੇ ਨਾਲ ਇਕਲਵਿਆ ਨੂੰ ਆਖਿਆ ਤੂੰ ਬਹੁਤ ਵੱਡਾ ਤੀਰ ਅੰਦਾਜ਼ ਹੈ, ਨਿਸ਼ਾਨੇਬਾਜ਼ ਹੈ, ਤੇਰੇ ਕੋਲ ਬੜਾ ਵੱਡਾ ਹੁਨਰ ਹੈ। ਇਕਲਵਿਆ ਨੇ ਸਤਿਕਾਰ ਪ੍ਰਗਟ ਕਰਦਿਆਂ ਹੋਇਆਂ ਆਖਿਆ ਜੀ ਇਹ ਸਭ ਤੁਹਾਡੀ ਦੇਣ ਹੈ, ਤੁਹਾਨੂੰ ਆਦਰਸ਼ ਮੰਨਿਆ, ਅਭਿਆਸ ਕੀਤਾ ਤੇ ਇਹਨਾਂ ਕੁਝ ਸਿੱਖ ਲਿਆ। ਦਰੋਣਾਚਾਰੀਆ ਨੇ ਆਖਿਆ ਤੂੰ ਮੈਨੂੰ ਗੁਰੂ ਦਕਸ਼ਨਾ ਨਹੀਂ ਦੇਵੇਂਗਾ? ਇਕਲਵਿਆ ਨੇ ਆਖਿਆ ਜੀ ਹਾਜ਼ਰ ਹੈ, ਤੁਹਾਨੂੰ ਕੀ ਚਾਹੀਦਾ ਹੈ, ਮੈਂ ਉਹ ਜਿੰਨੀ ਕੁ ਮੇਰੀ ਹੈਸੀਅਤ ਮੈਂ ਹਾਜ਼ਰ ਕਰਾਂਗਾ। ਦਰੋਣਾਚਾਰੀਆ ਨੇ ਆਖਿਆ ਤੂੰ ਮੈਨੂੰ ਆਪਣੇ ਹੱਥ ਦਾ ਅੰਗੂਠਾ ਕੱਟ ਕੇ ਦੇ ਸਕਦਾ? ਇਕਲਵਿਆ ਨੇ ਸਤਿਕਾਰ ਪ੍ਰਗਟ ਕਰਦਿਆਂ ਉਹ ਵੀ ਦੇ ਦਿੱਤਾ, ਕਿਉਂਕਿ ਦਰੋਣਾਚਾਰੀਆ ਜਾਣਦਾ ਸੀ ਅੰਗੂਠੇ ਦੇ ਕੱਟੇ ਜਾਣ ਦੇ ਨਾਲ ਇਹ ਤੀਰ ਅੰਦਾਜ਼ੀ ਨਹੀਂ ਕਰ ਸਕੇਗਾ। ਤੇ ਜਿਹੜਾ ਹੁਨਰ ਉਸਨੇ ਸਿੱਖਿਆ, ਅਭਿਆਸ ਕੀਤਾ, ਆਦਰਸ਼ ਮੰਨਿਆ ਦਰੋਣਾਚਾਰੀਆ ਨੂੰ, ਉਸੇ ਦਰੋਣਾਚਾਰੀਆ ਨੇ ਭੇਦ ਭਾਵ ਕਰਦਿਆਂ ਹੋਇਆਂ ਘਰਾਣਿਆਂ ਦੀ ਵੰਡ ਦੇ ਮੁਤਾਬਕ ਇਕਲਵਿਆ ਕੋਲੋਂ ਉਸ ਦਾ ਸਭ ਤੋਂ ਵੱਡਾ ਹੁਨਰ ਉਹੀ ਖੋਹ ਲਿਆ। ਉਸ ਦਾ ਅੰਗੂਠਾ ਦਕਸ਼ਨਾ ਦੇ ਵਿੱਚ ਲੈ ਕੇ ਉਸ ਨੂੰ ਹਮੇਸ਼ਾ ਵਾਸਤੇ ਅਪਾਹਜ ਕਰ ਦਿੱਤਾ, ਤਾਂ ਕਿ ਉਹ ਦੁਬਾਰਾ ਕਦੇ ਤੀਰ ਅੰਦਾਜ਼ੀ ਨਾ ਕਰ ਸਕੇ, ਨਿਸ਼ਾਨੇਬਾਜ਼ੀ ਨਾ ਕਰ ਸਕੇ। ਇਸ ਵਾਸਤੇ ਸਿਆਣੇ ਲੋਕਾਂ ਨੇ ਆਖਿਆ ਉਸਤਾਦ ਦੇ ਅੰਦਰ ਕਿਸੇ ਵਾਸਤੇ ਵੀ ਭੇਦ ਭਾਵ ਨਹੀਂ ਹੋਣਾ ਚਾਹੀਦਾ, ਉਹ ਸਭਨਾਂ ਦੇ ਲਈ ਸਮਾਨ ਚਾਹੀਦਾ। ਉਸਤਾਦ ਦੇ ਗੁਣ ਬਿਆਨ ਕਰਦਿਆਂ ਹੋਇਆਂ ਲਿਖਿਆ ਉਹ ਭੇਦ ਭਾਵ ਤੋਂ ਰਹਿਤ ਹੋਵੇ, ਉਹ ਸਮਾਨ ਦ੍ਰਿਸ਼ਟੀ ਵਾਲਾ ਹੋਵੇ, ਉਹਦਾ ਜੀਵਨ
ਉਹ ਉੱਚੇ ਜੀਵਨ ਵਾਲਾ ਹੋਵੇ। ਇਸੇ ਤਰ੍ਹਾਂ ਸ਼ਾਗਿਰਦ ਦੇ ਗੁਣ ਬਿਆਨ ਕੀਤੇ ਨੇ ਵੀ ਉਹ ਉਸਤਾਦ ਦਾ ਅਦਬ ਰੱਖੇ, ਸਖਤੀ ਨੂੰ ਭਗਤੀ ਸਮਝਦੇ, ਸਿੱਖਣ ਦੀ ਲਗਨ ਰੱਖੇ। ਇਹ ਕੁਝ ਗੁਣ ਨੇ ਜਿਹੜੇ ਉਸ ਵਿੱਚ ਜ਼ਰੂਰੀ ਹੋਣੇ ਚਾਹੀਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹੀਏ, ਜਿਸ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਨੂੰ ਪਾਂਧਾ ਕਹਿੰਦੇ ਹਨ। ਹਜ਼ੂਰ ਆਖਦੇ ਅਸੀਂ ਬੱਚੇ ਹਾਂ, ਅਸੀਂ ਸਾਰੇ ਅਕਾਲ ਪੁਰਖ ਦੇ ਬੱਚੇ ਹਾਂ, ਪਰ ਇਆਣੇ ਹਾਂ। ਜਿਵੇਂ ਬੱਚੇ ਦੇ ਅੰਦਰ ਇਆਣੀ ਮੱਤ ਹੁੰਦੀ, ਉਸ ਨੂੰ ਚੰਗੇ ਦਾ, ਬੁਰੇ ਦਾ, ਵਾਧੇ ਦਾ, ਘਾਟੇ ਦਾ ਫਰਕ ਨਹੀਂ ਪਤਾ। ਜਿਵੇਂ ਸਤਿਗੁਰੂ ਨੇ ਬਾਣੀ ਚ ਆਖਿਆ, ਚੰਚਲ ਮਤ ਬਾਰਿਕ ਬਪੁਰੇ ਕੀ ਸਰਪ ਅਗਨ ਕਰ ਮੇਲੈ। ਚੰਚਲ ਮਤ ਹੈ, ਅੱਗ ਵਿੱਚ ਹੱਥ ਪਾਉਣਾ ਚਾਹੁੰਦਾ ਹੈ ਬੱਚਾ, ਸੱਪ ਨਾਲ ਖੇਡਣਾ ਚਾਹੁੰਦਾ ਹੈ ਬੱਚਾ, ਉਸ ਨੂੰ ਨਹੀਂ ਪਤਾ ਕੀ ਨੁਕਸਾਨ ਹੈ। ਸਿਆਣੇ ਮਾਂ-ਬਾਪ ਉਸ ਨੂੰ ਰੋਕਦੇ ਹਨ। ਇਆਣਾਪਨ ਹੈ, ਅਣਜਾਣਪੁਣਾ ਹੈ, ਬੇਸਮਝੀ ਹੈ। ਸਤਿਗੁਰੂ ਕਹਿੰਦੇ ਨੇ, ਮੇਰੇ RAM ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ। ਅਸੀਂ ਇਆਣੇ ਹਾਂ, ਰੱਬ ਦੇ ਬੱਚੇ ਹਾਂ ਸਾਰੇ, ਪਰ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ। ਗੁਰੂ ਸਿਆਣਾ ਉਸਤਾਦ ਹੈ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਜਿਹੜਾ ਸਾਡੇ ਜੀਵਨ ਨੂੰ ਸਹੀ ਦਿਸ਼ਾ ਦਿੰਦਾ ਹੈ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜਿਹੜਾ ਸਾਨੂੰ ਸਿਖਾਉਂਦਾ ਹੈ, ਗੁਰੂ ਕੀ ਸਿਖਾਉਂਦਾ ਹੈ ਤੇ ਗੁਰੂ ਦੀ ਪਾਠਸ਼ਾਲਾ ਕਿਹੜੀ ਹੈ। ਸਤਿਗੁਰੂ ਬਾਣੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਸਤ ਸੰਗਤ ਸਤ ਗੁਰ ਚਟਸ਼ਾਲ ਹੈ। ਜਿੱਥੇ ਆਪ ਸਾਰੇ ਜੁੜ ਬੈਠੇ ਹੋ, ਗੁਰੂ ਦੀ ਸਤ ਸੰਗਤ ਹੈ। ਇਹ ਸਤ ਸੰਗਤ ਹੀ ਗੁਰੂ ਦੀ ਪਾਠਸ਼ਾਲਾ ਹੈ। ਇੱਥੇ ਅਸੀਂ ਆਏ ਹਾਂ ਗੁਰੂ ਕੋਲੋਂ ਕੁਝ ਸਿੱਖਣ ਵਾਸਤੇ, ਕੋਈ ਜੀਵਨ ਦਾ ਚੰਗਾ ਵਿਹਾਰ ਸਿੱਖਣ ਵਾਸਤੇ, ਗੁਰੂ ਕੋਲੋਂ ਕੁਝ ਗੁਣ ਸਿੱਖਣ ਵਾਸਤੇ, ਗੁਰੂ ਦੀ ਅਗਵਾਈ ਲੈਣ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਹਾਂ। ਨਮਸਕਾਰ ਕਰਦੇ ਹੋ, ਇਹ ਗੁਰੂ ਦੀ ਅਗਵਾਈ ਪ੍ਰਾਪਤ ਕਰਨ ਵਾਸਤੇ ਸਮਰਪਿਤ ਹੋਣਾ ਹੈ। ਸਤਿਗੁਰੂ ਦੇ ਦਰਬਾਰ ਵਿੱਚ ਬੜੀ ਲਗਨ ਨਾਲ ਬੈਠਦੇ ਹੋ, ਸਤਿਗੁਰੂ ਦੀ ਬਾਣੀ ਨੂੰ ਪੜ੍ਹਦੇ ਹੋ, ਬਾਣੀ ਦਾ ਕੀਰਤਨ ਸੁਣਦੇ ਹੋ, ਗੁਰਬਾਣੀ ਦੀ ਅਗਵਾਈ ਨੂੰ ਕਬੂਲਣ ਵਾਸਤੇ ਇਹ ਸਾਰੇ ਯਤਨ ਹਨ। ਤਾਂ ਗੁਰੂ ਰਾਮਦਾਸ ਪਿਤਾ ਜੀ ਕਹਿਣ ਲੱਗੇ, ਜਿਹੜੀ ਸਤ ਸੰਗਤ ਸੱਜੀ ਹੋਈ ਹੈ, ਇਹ ਸਤਿਗੁਰੂ ਦੀ ਪਾਠਸ਼ਾਲਾ। ਚਟਸ਼ਾਲ, ਚੱਟ ਸ਼ਾਲ ਦਾ ਅਰਥ ਹੁੰਦਾ ਜਿੱਥੇ ਚਾਟੜੇ, ਜਿੱਥੇ ਸੇਵਕ, ਜਿੱਥੇ ਚਾਟੜੇ, ਜਿੱਥੇ ਸ਼ਾਗਿਰਦ, ਸਿਖਿਆਰਥੀ, ਵਿਦਿਆਰਥੀ ਪੜ੍ਹਨ ਸਿੱਖਣ ਵਾਸਤੇ ਆਉਂਦੇ ਨੇ। ਤਾਂ ਅਸੀਂ ਕੀ ਸਿੱਖਣ ਵਾਸਤੇ ਆਏ ਹਾਂ? ਜਿਤ ਹਰ ਗੁਣ ਸਿੱਖਾ। ਅਸੀਂ ਸਾਰੇ ਇਸ ਜਗ੍ਹਾ ਦੇ ਉੱਤੇ ਰੱਬੀ ਗੁਣ ਸਿੱਖਣ ਵਾਸਤੇ ਆਏ ਹਾਂ। ਸਾਡੇ ਜੀਵਨ ਅੰਦਰ ਰੱਬੀ ਗੁਣਾਂ ਦਾ ਪ੍ਰਵੇਸ਼ ਹੋਵੇ, ਅਸੀਂ ਸਚਿਆਰੇ ਬਣ ਸਕੀਏ, ਅਸੀਂ ਧਰਮੀ ਹੋ ਸਕੀਏ, ਅਸੀਂ ਲਾਇਕ ਯੋਗ ਇਨਸਾਨ ਬਣ ਸਕੀਏ, ਜੀਵਨ ਦੇ ਵੱਖ-ਵੱਖ ਫਰਜ਼ ਸਮਝ ਸਕੀਏ, ਸਾਡੇ ਜੀਵਨ ਦੇ ਅੰਦਰੋਂ ਔਗਣ ਨਿਕਲ ਜਾਣ, ਅਸੀਂ ਗੁਣਵਾਨ ਬਣ ਕੇ ਉੱਚਾ ਸੁੱਚਾ ਆਦਰਸ਼ਕ ਜੀਵਨ ਜੀ ਸਕੀਏ। ਇਹ ਮਤ ਸਾਨੂੰ ਗੁਰੂ ਦੀ ਇਸ ਪਾਠਸ਼ਾਲਾ ਵਿੱਚੋਂ ਮਿਲਦੀ ਏ, ਜਿੱਥੇ ਆਪਾਂ ਸਤ ਸੰਗਤ ਰੂਪ ਵਿੱਚ ਸੱਜ ਬੈਠੇ ਹਾਂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਧੰਨ ਧੰਨ ਸੋ ਰਸਨਾ ਉਹ ਜ਼ੁਬਾਨ ਧੰਨ ਹੈ, ਧੰਨ ਕਰ ਉਹ ਹੱਥ ਧੰਨ ਨੇ, ਧੰਨ ਸੋ ਪਾਂਧਾ ਸਤਿਗੁਰੂ, ਗੁਰੂ ਉਸਤਾਦ ਧੰਨ ਹੈ, ਜਿਤ ਮਿਲ ਹਰ ਲੇਖਾ ਲਿਖਾ। ਜਿਵੇਂ ਸਿਆਣਾ ਉਸਤਾਦ ਪੂਰਨੇ ਪਾ ਕੇ ਦਿੰਦਾ ਹੈ, ਮਗਰ ਮਗਰ ਬੱਚੇ ਉਸੇ ਹਿਸਾਬ ਨਾਲ ਲਿਖਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਆਖਦੇ, ਗੁਰੂ ਰਾਮਦਾਸ ਮਹਾਰਾਜ, ਉਹ ਜ਼ੁਬਾਨ ਧੰਨ ਹੈ ਜਿਹੜੀ ਗੁਰੂ ਦੇ ਕਹੇ ਹੋਏ ਉਪਦੇਸ਼ ਨੂੰ ਬਿਆਨ ਕਰਦੀ ਹੈ। ਉਹ ਹੱਥ ਧੰਨ ਨੇ ਜਿਹੜੇ ਗੁਰੂ ਦੇ ਦੱਸੇ ਮੁਤਾਬਕ ਕਾਰ ਕਰਦੇ ਨੇ, ਗੁਰੂ ਦੇ ਪਾਏ ਹੋਏ ਪੂਰਨਿਆਂ ਦੇ ਮੁਤਾਬਕ ਲਿਖਣ ਦਾ ਯਤਨ ਕਰਦੇ ਨੇ। ਭਾਵ ਜੈਸੀ ਗੁਰੂ ਚਾਹੁੰਦਾ ਹੈ ਵੈਸੀ ਆਪਣੇ ਜੀਵਨ ਨੂੰ ਸਵਾਰਨ ਤੇ ਆਪਣੇ ਜੀਵਨ ਦੀ ਬਣਤਰ ਬਣਾਉਣ ਦੀ ਕੋਸ਼ਿਸ਼ ਤੇ ਆਹਰ ਦੇ ਵਿੱਚ ਲੱਗਦੇ ਨੇ। ਧੰਨ ਸੋ ਪਾਂਧਾ ਸਤਿਗੁਰੂ, ਜਿਤ ਮਿਲ ਹਰ ਲੇਖਾ ਲਿਖਾ। ਐਸਾ ਉਸਤਾਦ ਸਤਿਗੁਰੂ ਵੀ ਧੰਨ ਹੈ, ਜਿਸ ਨੂੰ ਮਿਲ ਕੇ ਅਸੀਂ ਆਪਣੇ ਜੀਵਨ ਅੰਦਰ ਰੱਬੀ ਨਾਮ ਦਾ ਲੇਖਾ ਲਿਖ ਲਿਆ। ਭਾਵ ਅਸੀਂ ਆਪਣੇ ਜੀਵਨ ਦੀ ਬਣਤਰ ਗੁਰੂ ਦੇ ਉਪਦੇਸ਼ ਮੁਤਾਬਕ ਬਣਾ ਲਈ ਹੈ। ਸਤਿਗੁਰੂ ਰਹਿਮਤ ਕਰਨ, ਜਿਵੇਂ ਸੰਸਾਰਕ ਤੌਰ ਉੱਤੇ ਉਸਤਾਦ ਨੂੰ ਮਨੁੱਖ ਅਦਬ ਦਿੰਦਾ ਹੈ, ਅਸੀਂ ਗੁਰੂ ਨੂੰ ਉਵੇਂ ਅਦਬ ਦੇਣਾ ਹੈ। ਜਿਵੇਂ ਸੰਸਾਰਕ ਤੌਰ ਉੱਤੇ ਉਸਤਾਦ ਕੋਲੋਂ ਬਹੁਤ ਕੁਝ ਸਿੱਖਿਆ ਜਾਂਦਾ ਹੈ, ਅਸੀਂ ਗੁਰੂ ਕੋਲੋਂ ਹਰ ਵਕਤ ਰੱਬੀ ਗੁਣ, ਸਚਿਆਰਾ ਤੇ ਗੁਰਮੁਖਤਾਈ ਦੇ ਗੁਣ ਸਿੱਖਦੇ ਰਹਿਣਾ ਹੈ। ਅਸੀਂ ਗੁਰੂ ਦੀ ਕਹੀ ਹੋਈ ਹਰ ਗੱਲ ਨੂੰ ਪੱਲੇ ਬੰਨ੍ਹਣਾ ਹੈ। ਗੁਰੂ ਕੋਲ ਸਿੱਖ ਵੀ ਬਣ ਕੇ ਆਉਣਾ ਹੈ, ਗੁਰੂ ਕੋਲ ਗੁਰੂ ਦੇ ਪੁੱਤਰ ਵੀ ਬਣ ਕੇ ਆਉਣਾ ਹੈ। ਗੁਰੂ ਦੀ ਸਿੱਖਿਆ ਨੂੰ ਆਪਣੇ ਪੱਲੇ ਬੰਨ੍ਹਣ ਵਾਸਤੇ ਹਰ ਵੇਲੇ ਸ਼ਾਗਿਰਦ ਬਣੇ ਰਹਿਣਾ ਹੈ, ਸਿਖਿਆਰਥੀ ਬਣੇ ਰਹਿਣਾ ਹੈ। ਤਾਂ ਹੀ ਅਸੀਂ ਸਤਿਗੁਰੂ ਦੇ ਪਾਵਨ ਉਪਦੇਸ਼ ਦਾ ਲਾਹਾ ਤੇ ਲਾਭ ਹਮੇਸ਼ਾ ਪ੍ਰਾਪਤ ਕਰਦੇ ਰਹਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣ। ਐਸੀ ਬੇਨਤੀ ਹੈ। ਸਭਨਾਂ ਦਾ ਧੰਨਵਾਦ। ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।